ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਅੱਜ ਆਪਾਂ 70 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਪੰਜਵੀਂ ਪਾਤਸ਼ਾਹੀ ਦੀਆਂ ਜਿਹੜੀਆਂ ਅਸ਼ਟਪਦੀਆਂ ਹੈ ਉਹ ਸ਼ੁਰੂ ਕਰਨ ਲੱਗੇ। ਪਹਿਲੀ ਪਾਤਸ਼ਾਹੀ ਦੀ ਤੇ ਤੀਸਰੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਹੋਈਆਂ। ਪਹਿਲੀ ਦੀਆਂ 33 ਸੀਗੀਆਂ, ਤੀਸਰੀ ਪਾਤਸ਼ਾਹੀ ਦੀਆਂ 17 ਸੀਗੀਆਂ। ਚੈੱਕ ਕਰ ਲੈਣੀ ਜੀ, ਸ਼ਾਇਦ ਗਲਤ ਨਾ ਬੋਲ ਗਿਆ ਹੋਵੇ। ਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਤੀਸਰੀ ਪਾਤਸ਼ਾਹੀ ਦੀਆਂ ਜਿਹੜੀਆਂ ਸੀਗੀਆਂ, ਇੱਕ ਸੈਕਿੰਡ ਜੀ ਚੈੱਕ ਹੀ ਕਰ ਲਈ ਆਪਾਂ, 17 ਹੀ ਸੀਗੀਆਂ ਜੀ। 17 ਤੇ 8 ਸੀਗੇ। ਹਾਂ 17 ਤੇ 8 ਸੀਗੀਆਂ, 25 ਸੀਗੀਆਂ। ਪਹਿਲੀ ਦੀਆਂ 17 ਸੀਗੀਆਂ, ਫਿਰ ਤੀਸਰੀ ਦੀਆਂ 8 ਸੀਗੀਆਂ। ਹਾਂ 25 ਹੋ ਗਿਆ ਜੀ, ਚੈੱਕ ਕਰ ਲਿਆ। ਪਿਛਲੇ ਅੰਕ ਤੇ ਤਾਂ ਹੈਗਾ ਹੀ ਸੀ ਨੰਬਰ। ਇਹ ਹੁਣ ਆਪਾਂ ਪੰਜਵੀਂ ਪਾਤਸ਼ਾਹੀ ਦੀ ਅਸ਼ਟਪਦੀਆਂ ਲੈਣ ਲੱਗੇ ਹਾਂ ਜੀ। 8 ਵਾਲੀ ਦੇ ਉਹਨਾਂ ਨੇ ਨੰਬਰ ਨਹੀਂ ਪਾਏ, ਜਿੱਥੇ 3 ਪਾਣ ਵਾਲੀ ਗੱਲ ਹੋਈ ਹੈ। ਹਾਂਜੀ ਹਾਂਜੀ ਉੱਥੇ ਨੰਬਰ ਨਹੀਂ ਪਾਇਆ। ਹਾਂਜੀ ਤੇ ਇਹ 70 ਅੰਕ ਤੇ ਹੈਗੀ ਹੈ, 70 ਤੇ 71 ਤੇ ਜਾਏਗੀ। ਸ੍ਰੀ ਰਾਗ ਮਹੱਲਾ ਪੰਜਵਾਂ, ਔਰ ਕਾਫੀ ਜਿਹੜਾ ਹੈਗਾ ਇਹ ਪ੍ਰਚਲਿਤ ਹੈਗੀ ਆ, ਬਹੁਤ ਕੀਰਤਨ ਹੁੰਦਾ ਇਹਦਾ। ਇਹ ਮਹਾਰਾਜ ਨੂੰ ਬੇਨਤੀ ਹੈ ਜੀ, ਮਹਾਰਾਜ ਜਿਹੜਾ ਹੈਗਾ ਇਹਦਾ ਗਿਆਨ ਦੇਣ ਆਪਾਂ ਨੂੰ। ਸ੍ਰੀ ਰਾਗ ਮਹੱਲਾ ਪੰਜਵਾਂ। ਜਾਕੋ ਮੁਸ਼ਕਿਲ ਅਤ ਬਣੇ, ਢੋਈ ਕੋਇ ਨ ਦੇ। ਲਾਗੂ ਹੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਕੋ ਮੁਸ਼ਕਿਲ ਅਤ ਬਣੇ, ਟੋਈ ਕੋਇ ਨ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਭੇ ਭਜ ਖਲੇ। ਸਭੋ ਭਜੇ ਆਸਰਾ, ਚੁੱਕੇ ਸਭ ਅਸਰਾਓ। ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨ ਤਤੀ ਵਾਓ। ਇਹ ਪਹਿਲਾ ਬੰਦ ਹੈਗਾ। ਜਾਕੋ ਮੁਸ਼ਕਿਲ ਅਤ ਬਣੇ, ਟੋਈ ਕੋਇ ਨ ਦੇ। ਇਹ ਹੁਣ ਕਿਹੜੀ ਮੁਸ਼ਕਲ ਦੀ ਗੱਲ ਕਰ ਰਹੇ ਆ? ਲਾਗੂ ਹੋਏ ਦੁਸ਼ਮਣਾ, ਸਾਕ ਪੇ ਭੱਜ ਖਲੇ। ਦੁਸ਼ਮਣ ਲਾਗੂ ਹੋ ਗਏ, ਸਾਕ ਜਿਹੜੇ ਹੈਗੇ ਦੌੜ ਗਏ, ਭੱਜ ਗਏ। ਇਹ ਦੁਨੀਆ ਦੀ ਗੱਲ ਕਰ ਰਹੇ ਆ ਮਹਾਰਾਜ, ਦੁਨਿਆਵੀ ਦੁਸ਼ਮਣਾਂ ਦੀ ਗੱਲ ਕਰ ਰਹੇ ਆ, ਕਿਸੇ ਦੇ ਦੁਸ਼ਮਣ ਨਹੀਂ ਵੀ ਹੁੰਦੇ। ਇਹ ਕਿਹੜੇ ਸਾਕ ਦੀ ਗੱਲ ਕਰ ਰਹੇ ਆ, ਕਿਹੜੀ ਮੁਸ਼ਕਲ ਦੀ ਗੱਲ ਕਰ ਰਹੇ ਆ? ਇਹ ਤਾਂ ਬ੍ਰਹਮ ਗਿਆਨ ਹੈਗਾ, ਇਹ ਤਾਂ ਪਰਮਾਤਮਾ ਦੇ ਰਸਤੇ ਤੇ ਲਿਜਾਣ ਵਾਲਾ ਗਿਆਨ ਹੈਗਾ ਆਪਾਂ ਨੂੰ। ਉਸ ਰਸਤੇ ਦੇ ਉੱਤੇ ਜਾਂਕੋ ਮੁਸ਼ਕਿਲ ਅਤ ਬਣੇ, ਢੋਈ ਕੋਇ ਨ ਦੇ। ਉਸ ਰਸਤੇ ਦੇ ਉੱਤੇ, ਜਿਸ ਰਸਤੇ ਦੇ ਉੱਤੇ ਜਿਹੜਾ ਹੈਗਾ ਇਹ ਸਾਰੀ ਖੇਡ ਮਾਲਕ ਪਰਮਾਤਮਾ ਨੇ ਬਣਾਈ ਹੈ, ਸ੍ਰਿਸ਼ਟੀ ਰਚੀ ਹੈ, ਇਹਦੇ ਵਿੱਚ ਜਿਹੜਾ ਹੈਗਾ ਇਸ ਰਸਤੇ ਤੇ ਜਿਹੜੀ ਮੁਸ਼ਕਲ ਹੋ ਜਾਏ, ਨਹੀਂ ਚੱਲ ਸਕੇ ਬੰਦਾ, ਇਸ ਰਸਤੇ ਤੇ 84 ਲੱਖ ਜੂਨਾਂ ਜਿਹੜਾ ਹੈਗਾ ਭੋਗ ਕੇ ਜਨਮ ਮਰਨ ਜਿਹੜਾ ਮਨੁੱਖ ਜੂਨ ਪਾ ਰਿਹਾ, ਫਿਰ ਗਵਾ ਰਿਹਾ, ਫਿਰ ਪਾ ਰਿਹਾ, ਫਿਰ ਗਵਾ ਰਿਹਾ, ਇਸੇ ਤਰੀਕੇ ਦੇ ਨਾਲ ਚੱਲਦਾ ਹੋ ਰਿਹਾ, ਮੁਸ਼ਕਲ ਹੋਈ ਜਾ ਰਹੀ ਹੈ, ਕਿਤੇ ਢੋਈ ਨਹੀਂ ਮਿਲ ਰਹੀ। ਜਾਕੋ ਮੁਸ਼ਕਿਲ ਅਤ ਬਣੇ, ਢੋਈ ਕੋਇ ਨ ਦੇ। ਲਾਗੂ ਹੋਏ ਦੁਸ਼ਮਣਾ, ਸਾਕ ਭੇ ਭਜ ਖਲੇ। ਔਰ ਦੁਸ਼ਮਣ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹੈਗੇ, ਇਹ ਬਾਰ ਜਿਹੜੇ ਲਾਗੂ ਹੋ ਜਾਂਦੇ ਆ। ਲਾਗੂ ਹੋਣੇ ਮਤਲਬ ਭਾਰੂ ਪੈ ਜਾਂਦੇ ਆ। ਸਾਕ ਭੇ ਭਜ ਖਲੇ। ਸਾਕ ਜਿਹੜੇ ਹੈਗੇ ਚੰਗੇ ਗੁਣ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਜਿਹੜੇ ਹੈਗੇ ਦਬ ਗਏ, ਭੱਜ ਗਏ ਮਤਲਬ ਦਬ ਗਏ, ਨਹੀਂ ਪਤਾ ਇਹਨਾਂ ਦਾ, ਕਿਉਂਕਿ ਦੁਸ਼ਮਣ ਜਿਹੜੇ ਹੈਗੇ ਲਾਗੂ ਹੋ ਗਏ। ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਾਰੂ ਹੋ ਗਏ। ਸਭੋ ਭਜੇ ਆਸਰਾ, ਚੁੱਕੈ ਸਭ ਅਸਰਾਓ। ਕਹਿੰਦੇ ਸਾਰੇ ਆਸਰੇ ਜਿਹੜੇ ਹੈਗੇ ਭੱਜ ਜਾਣ। ਕੋਈ ਜਿਹੜਾ ਹੈਗਾ, ਕੋਈ ਕਿਸੇ ਕਿਸਮ ਦਾ ਕੋਈ ਵੀ ਉਹਨੂੰ ਆਸਰਾ ਨਾ ਹੋਏ। ਬਿਲਕੁਲ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੂਰੀ ਤਰ੍ਹਾਂ ਛਾ ਗਏ ਹੋਣ। ਕਹਿੰਦੇ ਉਹਦੇ ਅੰਦਰ ਚਿੱਤ ਆਵੇ ਉਸ ਪਾਰ ਬ੍ਰਹਮ, ਲਗੇ ਨ ਤਤੀ ਵਾਓ। ਉਹਦੇ ਅੰਦਰ ਇੱਕ ਵਾਰੀ ਮਾਲਕ ਪਰਮਾਤਮਾ ਦੇ ਅੱਗੇ
ਉਹਦੇ ਅੰਦਰੋਂ ਪੁਕਾਰ ਨਿਕਲੇ, ਮਾਲਕਾ ਮੈਨੂੰ ਬਚਾ, ਮੈਨੂੰ ਕੱਢ, ਮੈਂ ਤੇਰੇ ਵੱਲ ਆਉਣਾ ਚਾਹੁੰਦਾ ਹੈ। ਚਿੱਤ ਆਵੇ ਉਸ ਪਾਰ ਬ੍ਰਹਮ ਚਿੱਤ ਦੇ ਵਿੱਚ ਆ ਜਾਏ। ਕਿਉਂਕਿ ਆਪਾਂ ਜਿਹੜੇ ਹੈਗੇ ਆ ਉਹ ਮਾਲਕ ਨੂੰ ਨਹੀਂ ਯਾਦ ਕਰਦੇ। ਆਪਾਂ ਕਹਿੰਦੇ ਆ ਮੈਂ ਚਲਾਉਣੀ ਆ ਗੱਡੀ, ਬਾਪੂ ਤੂੰ ਪਰੇ ਹੋ ਜਾ। ਬਾਪੂ ਨੂੰ ਤਾਂ ਕਹਿੰਦੇ ਆਪਾਂ ਜਿਹੜਾ ਹੈਗਾ ਤੂੰ ਨਾਲ ਵਾਲੀ ਸੀਟ ਤੇ ਵੀ ਨਾ ਬੈਠ, ਪਰੇ ਹੋ ਜਾ ਬਸ। ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਓ। ਕਹਿੰਦੇ ਤਤੀ ਵਾਹ ਨਹੀਂ ਲੱਗ ਸਕਦੀ ਭਾਈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਦੇ ਸਾਰੇ ਇਹਨਾਂ ਦਾ ਜੁਗਾੜ ਮਾਲਕ ਪਰਮਾਤਮਾ ਕਰ ਦੂਗਾ। ਮਾਲਕ ਨੇ ਜਿਹੜਾ ਹੈਗਾ ਸਾਰਾ ਕੁਝ ਕਰ ਦੇਣਾ ਹੈ। ਇੱਥੋਂ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਪੁਕਾਰਿਆ ਹੈ ਆਪਾਂ ਨੇ, ਤੇ ਮਾਲਕ ਨੇ ਆਉਣਾ ਲਾਜ਼ਮੀ ਹੈਗਾ। ਬਾਣੀ ਕਹਿ ਰਹੀ ਹੈ, ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਆਪਾਂ ਪੁਕਾਰਦੇ ਨਹੀਂ ਆ, ਆਪਾਂ ਹੈਲਪ ਨਹੀਂ ਮੰਗਦੇ। ਕਿਉਂਕਿ ਉਹ ਗੋਰਖੀ ਸਾਹਿਬ ਨਹੀਂ ਦੱਸਦੇ ਕਿ ਇੱਕ ਜਿਹੜਾ ਹੈਗਾ ਬੱਚਾ ਜਿਹੜਾ ਸੀਗਾ ਬੈਠਾ ਹੈ, ਪੱਥਰ ਨੂੰ ਚੱਕ ਕੇ ਪਰੇ ਕਰ ਰਿਹਾ ਸੀਗਾ ਬਹੁਤ। ਉਹ ਪਿਓ ਬੈਠਾ ਸੀਗਾ ਕੋਲ, ਬਾਰ-ਬਾਰ ਕਰੀ ਜਾ ਰਿਹਾ ਸੀ, ਬਾਰ-ਬਾਰ ਕਰੀ ਜਾ ਰਿਹਾ ਸੀਗਾ। ਨਹੀਂ ਹੁੰਦਾ, ਨਹੀਂ ਹੋਇਆ, ਪੂਰਾ ਜ਼ੋਰ। ਕਹਿੰਦੇ ਪਿਓ ਕਹਿੰਦਾ ਤੂੰ ਪੂਰਾ ਜ਼ੋਰ ਨਹੀਂ ਲਾ ਰਿਹਾ। ਉਹ ਪੂਰਾ ਹੋਰ ਜ਼ੋਰ ਲਾ ਦੇ। ਫਿਰ ਕਹਿੰਦਾ ਹਾਲੇ ਵੀ ਪੂਰਾ ਜ਼ੋਰ ਨਹੀਂ ਲੱਗਿਆ। ਕਹਿੰਦੇ ਫਿਰ ਲਾ ਲਿਆ। ਕਹਿੰਦੇ ਹਾਲੇ ਵੀ ਨਹੀਂ। ਕਹਿੰਦੇ ਕਿਉਂ ਬਾਪੂ, ਹੁਣ ਤਾਂ ਮੈਂ ਪੂਰਾ ਜ਼ੋਰ ਲਾ ਲਿਆ। ਕਹਿੰਦੇ ਤੂੰ ਜਿਹੜਾ ਹੈਗਾ ਤੇਰੇ ਕੋਲ ਮੈਂ ਬੈਠਾ, ਤੂੰ ਮੇਰੀ ਹੈਲਪ ਨਹੀਂ ਮੰਗੀ। ਕਹਿੰਦਾ ਮੇਰਾ ਤਾਂ ਸਾਰਾ ਮੇਰਾ ਤਾਂ ਜ਼ੋਰ ਖਤਮ ਹੋ ਗਿਆ। ਕਹਿੰਦੇ ਤੇਰਾ ਜ਼ੋਰ ਕਿੱਥੇ, ਤੂੰ ਹੈਲਪ ਮੰਗ ਸਕਦਾ ਸੀਗਾ, ਤੂੰ ਹੈਲਪ ਨਹੀਂ ਮੰਗੀ। ਇਸੇ ਕਾਰਨ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ, ਜਦ ਤੱਕ ਆਪਾਂ ਨਹੀਂ ਪੁਕਾਰਦੇ ਉਹਨੂੰ ਹੈਲਪ ਵਾਸਤੇ, ਤਦ ਤੱਕ ਮਾਲਕ ਪਰਮਾਤਮਾ ਨਿਊਟਰਲ ਰਹਿੰਦਾ ਹੈ। ਉਹ ਕਹਿੰਦੇ ਕਿਉਂਕਿ ਆਪਾਂ ਕਹਿੰਦੇ ਆਪਾਂ ਮੈਂ ਕਰ ਸਕਦਾ, ਮੈਂ ਕਰੀ ਜਾਂਦੇ ਆਪਾਂ। ਮਾਲਕ ਨੂੰ ਤਾਂ ਜਿਹੜੇ ਹੈਗੇ ਆਪਾਂ ਨੇੜੇ ਵੀ ਨਹੀਂ ਟੁਕਣ ਦਿੰਦੇ। ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਓ। ਜਿਹੜੇ ਨਵੇਂ ਆਏ ਜੀ ਪਲੀਜ਼, ਅਸੀਂ 70 ਅੰਕ ਤੇ ਹੈਗੇ ਆ। ਪੰਜਵੀਂ ਪਾਤਸ਼ਾਹੀ ਦੀਆਂ ਅਸ਼ਟਪਦੀਆਂ, ਪਹਿਲੀ ਅਸ਼ਟਪਦੀ ਲੈ ਰਹੇ ਹਾਂ। ਪਹਿਲਾ ਬੰਦੀ ਲਿਆਇਆ ਸੀ ਰਾਗ ਮਹਲਾ ਪੰਜਵਾਂ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ। ਇਹ ਦੁਸ਼ਮਣ ਕਿਹੜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਲਾਗੂ ਹੋ ਜਾਣ ਔਰ ਜੂਨਾਂ ਦੇ ਵਿੱਚ ਹੀ ਘੁੰਮਦਾ ਰਹੇ, ਕਿਤੇ ਢੋਈ ਨਾ ਮਿਲੇ, ਇਹ ਸਾਈਕਲ ਬ੍ਰੇਕ ਨਾ ਹੋਏ ਕਿਤੇ ਵੀ। ਸਾਖ ਪੇ ਭੱਜ ਖਲੇ ਚੰਗੇ ਗੁਣ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਭੱਜ ਗਏ, ਇਹ ਵੀ ਛੁਪ ਗਏ। ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ। ਕਹਿੰਦੇ ਸਾਰਾ ਆਸਰਾ ਭੱਜ ਜਾਏ, ਕੋਈ ਵੀ ਟਿਕਾਣਾ ਨਹੀਂ ਹੈ, ਕੋਈ ਟੇਕ ਨਹੀਂ ਹੈ, ਕੋਈ ਸਪੋਰਟ ਨਹੀਂ ਹੈਗੀ। ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਓ। ਕਿਤੇ ਮਾਲਕ ਪਰਮਾਤਮਾ ਨੂੰ ਯਾਦ ਕਰ ਲੈ, ਉਸੇ ਵੇਲੇ ਜੁਗਾੜ ਕਰ ਦੇਗਾ ਮਾਲਕ ਪਰਮਾਤਮਾ। ਉਸੇ ਵੇਲੇ ਜਿਹੜਾ ਹੈਗਾ ਉਹਨੇ ਬ੍ਰਹਮ ਗਿਆਨ ਦੇ ਦੇਣਾ ਹੈ। ਉਸੇ ਵੇਲੇ ਉਹਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਉਹਨੂੰ ਹੱਥ ਦੇ ਦੇਣਾ ਹੈ। ਇਸ ਤਰੀਕੇ ਦੇ ਨਾਲ ਕੋਈ ਨਾ ਮਾਲਕ ਪਰਮਾਤਮਾ ਨੇ ਧਿਆਨ ਸਿਮਰਨ ਜਿਹੜਾ ਹੈਗਾ, ਜਿਹਦੇ ਨਾਲ ਕਿ ਚੰਗੇ ਗੁਣ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣ ਜਿਹੜੇ ਹੈਗੇ, ਇਹਨਾਂ ਨੂੰ ਫਿਰ ਜਿਹੜਾ ਹੈਗਾ ਪਟਕਣ ਨਹੀਂ ਦੇ ਸਕੀਏ ਆਪਾਂ। ਆਇਆ ਸ਼ਿਫਟਿੰਗ ਪੁਆਇੰਟ। ਸਾਹਿਬ ਨਿਤਾਣਿਆ ਕਾ ਤਾਣ। ਉਹ ਮਾਲਕ ਨਿਤਾਣਿਆ ਕਾ ਤਾਣ ਹੈਗਾ। ਆਪਾਂ ਤਾਣ ਵਾਲੇ ਬਣਦੇ ਆ। ਆਪਾਂ ਕਹਿੰਦੇ ਆ ਮੈਂ ਮੇਰੀ। ਸਾਹਿਬ ਨਿਤਾਣਿਆ ਕਾ ਤਾਣ। ਆਪਾਂ ਨਿਤਾਣੇ ਹੁੰਦੇ ਹੀ ਨਹੀਂ ਆ। ਮਾਲਕਾ ਮੇਰਾ ਬਸ ਨਹੀਂ ਚੱਲ ਰਿਹਾ, ਤੇਰੀ ਲੋੜ ਆ ਹੁਣ ਇਸ ਟਾਈਮ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਕਹਿੰਦੇ ਉਹ ਆਉਂਦਾ ਜਾਂਦਾ ਨਹੀਂ ਹੈਗਾ, ਹਮੇਸ਼ਾ ਥਿਰ ਹੈਗਾ। ਠੀਕ ਹੈ ਜੀ, ਥਿਰ ਦਾ ਮਤਲਬ ਹੈ ਮਾਲਕ ਪਰਮਾਤਮਾ ਦੇ ਉੱਤੇ ਪ੍ਰਭਾਵ ਨਹੀਂ ਪੈਂਦਾ, ਨਾ ਨੈਗੇਟਿਵਿਟੀ ਦਾ ਤੇ ਨਾ ਪੋਜ਼ਿਟਿਵਿਟੀ ਦਾ। ਉਹ ਥਿਰ ਹੈਗਾ। ਮਾਲਕ ਦੀ ਖੇਡ ਜਿਹੜੀ ਹੈਗੀ ਆ,
ਮਾਲਕ ਨਿਊਟਰਲ ਹੈਗਾ। ਆਪਾਂ ਨੂੰ ਖੇਡ ਵਾਸਤੇ ਦੁਨੀਆ ਦੇ ਵਿੱਚ ਭੇਜਿਆ ਹੈ ਮਾਲਕ ਪਰਮਾਤਮਾ ਨੇ, ਔਰ ਕਿੱਥੇ ਤੱਕ ਨਿਊਟਰਲ ਹੈਗਾ, ਔਰ ਮਾਲਕ ਦੇ ਰੂਲ ਕੀ ਹੈਗੇ, ਔਰ ਧਰਤੀ ਦੇ ਰੂਲ ਕੀ ਹੈਗੇ। ਧਰਤੀ ਦੇ ਰੂਲ ਮਾਲਕ ਦੇ ਰੂਲਾਂ ਨਾਲ ਮੈਚ ਨਹੀਂ ਖਾਂਦੇ। ਸਪਿਰਚੁਅਲ ਰਸਤੇ ਦੇ ਸਪਿਰਚੁਅਲ ਰੂਲ ਡਿਫਰੈਂਟ ਹੈਗੇ ਆ। ਹਾਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਦੁਆਰਾ ਇਹ ਸੱਚ ਨੂੰ ਜਾਣ ਲਾ, ਇਹ ਸੱਚ ਨੂੰ ਜਾਣ ਲਾ। ਪਹਿਲਾਂ ਗੁਰੂ ਦਾ ਗਿਆਨ ਲੈ, ਗੁਰੂ ਦੇ ਗਿਆਨ ਤੋਂ ਉਸ ਸ਼ਬਦ ਤੱਕ ਪਹੁੰਚ, ਸ਼ਬਦ ਅਭਿਆਸ ਕਰਕੇ ਉਸ ਸੱਚ ਨੂੰ ਜਾਣ। ਉਹ ਮਾਲਕ ਪਰਮਾਤਮਾ ਆਉਂਦਾ ਜਾਂਦਾ ਨਹੀਂ ਹੈ, ਜੂਨਾਂ ਦੇ ਵਿੱਚ ਨਹੀਂ ਹੈ, ਥਿਰ ਹੈਗਾ। ਤੂੰ ਵੀ ਥਿਰ ਹੋ ਜਾ। ਹੁਣ ਮਾਲਕ ਪਰਮਾਤਮਾ ਇੱਥੇ ਜਿਹੜਾ ਹੈਗਾ, ਮਾਲਕ ਦਾ ਜਿਹੜਾ ਹੈਗੇ ਰੂਲ, ਸਪਿਰਚੁਅਲ ਰੂਲ ਕੀ ਹੈਗੇ ਆ। ਥਿਰ ਹੈਗਾ ਮਾਲਕ ਪਰਮਾਤਮਾ। ਕਿਸ ਤਰ੍ਹਾਂ ਥਿਰ ਹੈਗਾ ਮਾਲਕ ਪਰਮਾਤਮਾ, ਆਪਾਂ ਇਸੇ ਜਗ੍ਹਾ ਤੇ ਰਹਾਓ ਦੇ ਉੱਤੇ ਵਾਪਸ ਆਵਾਂਗੇ ਔਰ ਦੋ ਸ਼ਬਦ ਲਵਾਂਗੇ ਆਪਾਂ। ਪਹਿਲਾ ਸ਼ਬਦ ਹੈਗਾ ਤਿਲੰਗ ਰਾਗ ਦੇ ਵਿੱਚ 722 ਅੰਗ ਦੇ ਉੱਤੇ, 23 ਅੰਗ ਦੇ ਉੱਤੇ। ਉਹ ਵੀ ਸਾਰਿਆਂ ਨੂੰ ਯਾਦ ਹੈ ਤਕਰੀਬਨ ਪਹਿਲੀ ਤੁਕ ਤਾਂ ਯਾਦ ਹੀ ਹੋਊਗੀ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਤਿਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਹੁਣ ਇਹਦੇ ਜਿਹੜੇ ਹੈਗੇ ਆ, ਮਤਲਬ ਆਪਾਂ ਨੂੰ ਜਿਹੜੇ ਹੈਗੇ ਇਹਦੇ ਟੀਕੇ, ਇਹ ਇਸ ਤਰ੍ਹਾਂ ਜਿਹੜੀ ਜੋ ਵੀ ਮੈਂ ਜਿਹੇ ਜਿਹੇ ਮੈਨੂੰ ਮਾਲਕ ਪਰਮਾਤਮਾ ਦੀ ਬਾਣੀ ਆ ਰਹੀ ਆ, ਮੈਂ ਉਹੇ ਜਿਹਾ ਗਿਆਨ ਕਰ ਰਿਹਾ ਹਾਂ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਇਹ ਜਿਹੜੇ ਹੈਗੇ ਗਿਆਨ ਵੇ ਲਾਲੋ ਕਹਿਤਾ। ਲਾਲੋ ਵਰਡ ਜਿਹੜਾ ਹੈਗਾ ਇਹ ਪੋਇਟਰੀ ਹੈਗੀ, ਇਹਦੇ ਵਿੱਚ 2.5 ਅੱਖਰ ਅਲਾਉਡ ਆ ਪੋਇਟਰੀ ਪੂਰੀ ਕਰਨ ਦੇ ਵਾਸਤੇ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇੱਥੇ ਮਹਾਰਾਜ ਜਿਹੜੇ ਹੈਗੇ ਆ, ਮਹਾਰਾਜ ਕਹਿ ਰਹੇ ਆ ਬਈ ਮਾਲਕ ਪਰਮਾਤਮਾ ਦੇ ਵੱਲੋਂ ਜਿੰਨੀ ਕੁ ਮੈਨੂੰ ਬਾਣੀ ਆ ਰਹੀ ਆ, ਜਿੰਨੀ ਕੁ ਮੈਨੂੰ ਬਾਣੀ ਆ ਰਹੀ ਆ, ਓਨਾ ਕੁ ਮੈਂ ਗਿਆਨ ਕਰ ਰਿਹਾ ਹਾਂ। ਔਰ ਜਿਹੜਾ ਹੈਗਾ ਇਹਦੀ ਕੋਈ ਜਿਹੜੀ ਲਿਮਿਟ ਨਹੀਂ ਹੈਗੀ, ਇਹਦੀ ਕੋਈ ਸੀਮਾ ਨਹੀਂ ਹੈਗੀ। ਉਹ ਮਾਲਕ ਅਕਥ ਹੈਗਾ, ਕਥਨ ਤੋਂ ਬਾਹਰ ਹੈਗਾ। ਜਿੰਨੀ ਕੁ ਮੈਨੂੰ ਆ ਰਹੀ ਆ, ਓਨਾ ਕੁ ਮੈਂ ਗਿਆਨ ਕਰ ਰਿਹਾ ਹਾਂ। ਔਰ ਇਹ ਜਿਹੜਾ ਹੈਗਾ ਅੰਤ ਨਹੀਂ ਹੈਗਾ, ਗਿਆਨ ਦਾ ਅੰਤ ਨਹੀਂ ਹੈਗਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਮਾਲਕ ਪਰਮਾਤਮਾ ਦਾ ਤਾਂ ਅਨਲਿਮਿਟਿਡ ਹੈਗਾ। ਮਾਲਕ ਪਰਮਾਤਮਾ, ਉਹਦੀ ਸ੍ਰਿਸ਼ਟੀ ਅਨਲਿਮਿਟਿਡ ਹੈਗੀ, ਉਹਦੀ ਹਰ ਚੀਜ਼ ਲਿਮਿਟ ਨਹੀਂ ਹੈਗੀ ਮਾਲਕ ਪਰਮਾਤਮਾ ਦੀ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਮਹਾਰਾਜ ਜੀ ਆ ਜਿਹੜੀ ਹੈਗੀ ਇਹ ਬਾਬਰ ਦੀ ਜਿਹੜੀ ਹੈਗੀ ਆ, ਇਹ ਜਿਹੜੀ ਹੈਗੀ ਆ, ਇਹਦੇ ਨਾਲ ਕੀ ਲਿੰਕ ਹੋ ਗਿਆ? ਇਹ ਖਸਮ ਦੀ ਬਾਣੀ ਦਾ ਕੀ ਲਿੰਕ ਹੈਗਾ ਇਹਦੇ ਨਾਲ? ਇਹ ਤਾਂ ਤੁਸੀਂ ਬਾਬਰ ਦੀ ਕਹਾਣੀ ਦੱਸਣ ਲੱਗ ਪਏ। ਹਾਂ, ਅੱਗੇ ਪੂਰਾ ਸ਼ਬਦ ਪੜ੍ਹ, ਫਿਰ ਪਤਾ ਲੱਗੂਗਾ ਕੀ ਲਿੰਕ ਹੈਗਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਕਹਿੰਦੇ ਆਇਆ ਮਾਲਕ ਪਰਮਾਤਮਾ ਦਾ ਰੂਲ, ਆਇਆ ਰੂਲ ਜਿਹੜਾ ਸਪਿਰਚੁਅਲ ਰੂਲ। ਯਾਦ ਰੱਖ, ਤੇਰੇ ਦੁਨੀਆ ਦੇ ਰੂਲਾਂ ਦੇ ਉੱਤੇ ਨਹੀਂ ਲੱਗੂਗਾ ਇਹ। ਮਾਲਕ ਦਾ ਰੂਲ ਆ ਹੈਗਾ, ਪਾਪ ਕੀ ਜੰਜ ਲੈ ਕਾਬਲੋਂ ਤਾਇਆ।
ਬਾਬਰ ਜਿਹੜਾ ਸੀਗਾ ਉਹਨੇ ਕਾਬੁਲ ਤੋਂ ਆਇਆ ਸੀਗਾ ਤੇ ਉਹਨੇ ਜਿਹੜਾ ਹੈਗਾ ਹਿੰਦੁਸਤਾਨ ਤੇ ਅਟੈਕ ਕੀਤਾ ਸੀਗਾ ਤੇ ਕਹਿੰਦੇ ਜਿਹੜਾ ਹੈਗਾ ਬਰਾਤ ਲੈ ਕੇ ਆਇਆ, ਜੰਜ ਲੈ ਕੇ ਆ ਗਿਆ, ਪਾਪਾਂ ਦੀ ਬਰਾਤ ਲੈ ਕੇ ਆ ਗਿਆ, ਕਾਬੁਲ ਤੋਂ ਆ ਗਿਆ, ਧਾਈ ਮਾਰ ਕੇ ਆ ਗਿਆ, ਧਾਵਾ ਕਰਕੇ ਆ ਗਿਆ। ਪਠਾਣਾ ਦੇ ਉੱਤੇ ਪਾਪ ਕੀ ਜੰਜ ਲੈ ਕਾਬੁਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਹਿੰਦੇ ਜੋਰੀ ਜ਼ਬਰਦਸਤੀ ਦਾਨ ਮੰਗਦਾ ਸੀਗਾ, ਕੰਨਿਆਦਾਨ, ਦਹੇਜ ਦਾਨ, ਜੋਰੀ। ਪਾਪ ਕੀ ਜੰਜ, ਆਪਣੀ ਫੌਜ ਲੈ ਕੇ ਆ ਗਿਆ, ਪਾਪ ਦੀ ਜੰਜ ਲੈ ਕੇ ਕਾਬੁਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਕੰਨਿਆਦਾਨ ਜੋਰੀ ਮੰਗਦਾ ਸੀਗਾ, ਜ਼ੋਰ ਦੇ ਨਾਲ ਸਾਰਾ ਜਿਹੜਾ ਹੈਗਾ ਇੱਥੋਂ ਲੁੱਟ ਕੇ ਲੈ ਗਿਆ, ਸਾਰੀਆਂ ਕੁੜੀਆਂ ਨੂੰ, ਔਰਤਾਂ ਨੂੰ, ਹੋਰ ਧਨ ਦੌਲਤ, ਗੁਲਾਮ ਬਣਾ ਕੇ ਲੈ ਗਿਆ ਸਾਰਾ। ਇਹ ਹੈਗਾ ਮਾਲਕ ਪਰਮਾਤਮਾ ਦੀ ਖੇਡ ਦਾ ਹਿੱਸਾ। ਕਿਉਂਕਿ ਹਿਟਲਰ ਦੇਖ ਲਓ, ਮੁਸੋਲੋਨੀ ਦੇਖ ਲਓ, ਸਟਾਲਿਨ ਦੇਖ ਲਓ, ਪ੍ਰੈਜ਼ੈਂਟ ਦੇ ਦੇਖਣੇ ਆ ਤੇ ਪਾਪ ਕੀ ਜੰਜ ਲੈ ਕਾਬੁਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਸ਼ਰਮ ਧਰਮ, ਆ ਕਿਸੇ ਦਾ ਮਾਈਕ ਖੁੱਲਾ ਹੈ ਜੀ, ਪਤਾ ਨਹੀਂ ਕਿਹੜੇ ਸੱਜਣ ਹੈਗੇ ਜੀ। ਓਹੋ ਆ ਜੀ ਸਰਬਜੀਤ ਕੌਰ ਜੀ, ਸਰਬਜੀਤ ਕੌਰ ਜੀ ਪਲੀਜ਼ ਦੇਖੋ, ਇਸ ਤਰ੍ਹਾਂ ਨਾ ਕਰਿਆ ਕਰੋ। ਤੁਹਾਡਾ ਮਾਈਕ ਬੰਦ ਕਰ ਦਿਓ ਸਰਬਜੀਤ ਕੌਰ ਜੀ। ਨਹੀਂ ਜੀ, ਇਹਨੇ ਆਪ ਤਾਂ ਸੁਣ ਨਹੀਂ ਰਹੇ ਜੀ, ਦੂਸਰਿਆਂ ਨੂੰ ਸੁਣ ਨਹੀਂ ਦੇ ਰਹੇ। ਮਾਈਕ ਬੰਦ ਕਰੋ ਬੇਟਾ, ਤੁਹਾਡੀ ਆਵਾਜ਼ ਸਾਨੂੰ ਆਈ ਜਾ ਰਹੀ ਹੈ। ਐਵੇਂ ਤੇ ਨਾ ਕਰਿਆ ਕਰੋ ਬੱਚੋ, ਜੇ ਮਾਪਿਓ ਦੀ ਸੇਵਾ ਕਰਨੀ ਹੈ ਤੇ ਚੌਕਸ ਰਹਿ ਕੇ ਕਰੋ ਮਾਪਿਓ ਦੀ ਸੇਵਾ। ਹਾਂ, ਆਪਾਂ ਸੀਗੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬੁਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਹਿੰਦੇ ਕੋਈ ਸ਼ਰਮ ਨਹੀਂ ਹੈ ਔਰ ਕੋਈ ਧਰਮ ਨਹੀਂ ਹੈ, ਕੋਈ ਨਿਆਂ ਨਹੀਂ ਹੈਗਾ। ਸ਼ਰਮ ਧਰਮ ਦੋਏ ਛੱਪ ਖਲੋਏ, ਕਹਿੰਦੇ ਛੁਪ ਕੇ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਝੂਠ ਜਿਹੜਾ ਹੈਗਾ ਪ੍ਰਧਾਨ, ਸਾਰਾ ਝੂਠ, ਕੂੜ, ਠੱਗੀ, ਫਰੇਬੀ, ਲੁੱਟਮਾਰ, ਇਹ ਪ੍ਰਧਾਨ। ਕਾਜੀਆਂ ਬਾਮਣਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੇ ਲਾਲੋ। ਮੁਸਲਮਾਨਾਂ ਦੇ ਵਿੱਚ ਕਾਜੀ ਲੋਕ ਜਿਹੜੇ ਹੈਗੇ ਨਿਕਾਹ ਕਰਾਉਂਦੇ ਸੀ, ਹਿੰਦੂਆਂ ਦੇ ਵਿੱਚ ਬਾਹਮਣ ਕਰਾਉਂਦੇ ਸੀਗੇ। ਕਹਿੰਦੇ ਛੱਡਤੀ ਇਹ ਗੱਲ, ਕਾਜੀ ਬਾਹਮਣਾ ਨੇ ਨਹੀਂ ਨਿਕਾਹ ਕਰਾਉਣਾ। ਕੌਣ ਨਿਕਾਹ ਕਰਾਉਂਦਾ ਹੈ ਹੁਣ? ਆਗਤ ਕਹਿੰਦੇ ਆ। ਫੇਰੇ ਕੌਣ ਦਵਾਉਂਦਾ ਹੈ? ਕਿਹੜਾ ਜਿਹੜਾ ਹੈਗਾ ਲਾਵਾਂ ਪੜਦਾ ਹੈ? ਕਹਿੰਦੇ ਸ਼ੈਤਾਨ ਲਾਵਾਂ ਪੜ ਰਿਹਾ ਹੈ। ਲੁੱਟਮਾਰ, ਖੋ ਕੇ ਲੈ ਜਾ ਰਹੇ ਆ, ਬਹੂਆਂ ਨੂੰ, ਬੇਟੀਆਂ ਨੂੰ ਖੋ ਕੇ ਲੈ ਕੇ ਜਾ ਰਹੇ ਆ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੇ ਲਾਲੋ। ਮੁਸਲਮਾਨੀਆਂ ਪੜੇ ਕਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ। ਜਿਹੜੇ ਮੁਸਲਮਾਨ ਸੀਗੇ ਉੱਥੇ ਹਿੰਦੁਸਤਾਨ ਦੇ ਵਿੱਚ, ਉਹ ਆਪਣੀਆਂ ਕੁਰਾਨ ਪੁਸਤਕਾਂ, ਧਾਰਮਿਕ ਪੁਸਤਕਾਂ ਪੜ੍ਹਦੀਆਂ ਹੈ, ਕਸ਼ਟ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੀਆਂ ਹੈ। ਜਾਤ ਸਨਾਤੀ ਕਹਿੰਦੇ ਸਨਾਤ ਨੀਵੀਂ ਜਾਤ, ਨਾਨਕ ਨਾਵੇਂ ਬਾਦ ਸਨਾਤ ਨੀਵੀਂ ਜਾਤ, ਜਾਤ ਉੱਚੀ ਜਾਤ, ਜਾਤ ਸਨਾਤੀ। ਹੋਰ ਹਿੰਦਵਾਣੀਆਂ, ਹੋਰ ਹਿੰਦੂ ਲੋਕਾਂ ਦੀਆਂ ਹੋਰ ਜਾਤਾਂ ਜਿਹੜੀਆਂ ਸੀਗੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਹਿੰਦਵਾਣੀਆਂ ਕਹਿ ਰਹੇ ਆ।
ਇਸਤਰੀਆਂ ਜਿਹੜੀਆਂ ਸੀ ਹਿੰਦੁਸਤਾਨ ਦੀਆਂ, ਉਹ ਵੀ ਲੇਖੇ ਦੇ ਵਿੱਚ ਲਾਤੀਆਂ, ਸਾਰਿਆਂ ਨੂੰ ਲੈ ਗਿਆ ਖੋ ਕੇ। ਜਾਤ ਸਨਾਤੀ ਹੋਰ ਹਿੰਦ ਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾ ਲੋ। ਔਰ ਜਿਹੜੇ ਇਨਕਾਰ ਕਰਦੇ ਸੀ ਉਹਨਾਂ ਨੂੰ ਕਤਲ ਕਰ ਦਿੰਦੇ ਸੀਗੇ। ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾ ਲੋ। ਕਹਿੰਦੇ ਜਿਹੜੇ ਵਿਆਹ ਦੇ ਗੀਤ ਜਿਹੜੇ ਸੋਹਲੇ ਸੀਗੇ, ਛੰਤ ਸੀਗੇ, ਉਹ ਕਿਸ ਤਰ੍ਹਾਂ ਗਾ ਰਹੇ ਸੀ? ਕਹਿੰਦੇ ਖੂਨ ਦੇ ਸੋਹਲੇ ਗਾ ਰਹੇ ਸੀਗੇ, ਖੂਨ ਦੇ ਨਾਲ ਸੋਹਲੇ ਗਾ ਰਹੇ ਸੀਗੇ। ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾ ਲੋ। ਕਹਿੰਦੇ ਰਤ ਦੇ ਨਾਲ ਕਹਿੰਦੇ ਸਵਾਰਦੇ ਸੀਗੇ, ਕੁਮਕੁਮ ਪਾਉਂਦੇ ਸੀਗੇ ਮੱਥੇ ਤੇ, ਜਿਹੜਾ ਹੈਗਾ ਸਿੰਦੂਰ। ਆ ਹੈਗਾ ਭਾਈ ਮਾਲਕ ਪਰਮਾਤਮਾ ਦੀ ਖੇਡ। ਔਰ ਇਸ ਜਗ੍ਹਾ ਤੇ ਮਹਾਰਾਜ ਕਹਿੰਦੇ ਆ, ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੌਲਾ। ਕਹਿੰਦੇ ਮਹਾਰਾਜ ਕਹਿੰਦੇ ਆ, ਸਾਹਿਬ ਕੇ ਗੁਣ, ਮਾਲਕ ਪਰਮਾਤਮਾ ਨੂੰ ਗੁਰੂ ਨਾਨਕ ਕਹਿੰਦੇ ਆ, ਮੈਂ ਤਾਂ ਤੇਰੇ ਗੁਣ ਗਾ ਰਿਹਾ ਹਾਂ, ਮਾਲਕ ਪਰਮਾਤਮਾ ਦੇ ਗੁਣ ਗਾ ਰਿਹਾ। ਕਿੱਥੇ ਗਾ ਰਿਹਾ? ਕਹਿੰਦੇ ਮਾਸਪੁਰੀ ਦੇ ਵਿੱਚ ਬੈਠ ਕੇ, ਚਾਰੋਂ ਪਾਸੇ ਮਾਸ ਹੀ ਮਾਸ ਹੈਗਾ। ਮਾਸਪੁਰੀ ਵਿੱਚ ਆਖ ਮਸੌਲਾ, ਮੈਂ ਆਖ ਰਿਹਾ ਹਾਂ, ਇਹ ਮਸੌਲਾ, ਇਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਨਿਯਮ, ਇਹ ਮਾਲਕ ਪਰਮਾਤਮਾ ਦਾ ਨਿਯਮ ਮੈਂ ਦੱਸ ਰਿਹਾ ਹਾਂ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੌਲਾ। ਜਿਨੇ ਉਪਾਈ ਰੰਗ ਰਵਾਈ, ਬੈਠਾ ਵੇਖੇ ਵਖ ਕੇਲਾ। ਜਿਸ ਮਾਲਕ ਪਰਮਾਤਮਾ ਨੇ ਰੰਗ ਬਿਰੰਗੀ ਧਰਤੀ ਸ੍ਰਿਸ਼ਟੀ ਬਣਾਈ ਹੋਈ ਆ, ਉਹਨੂੰ ਨਹੀਂ ਫਿਕਰ ਇਸ ਚੀਜ਼ ਦੀ। ਉਹ ਤਾਂ ਕਹਿੰਦੇ ਬੈਠ ਰਿਹਾ ਹੈ, ਬੈਠ ਕੇ ਵੇਖ ਰਿਹਾ ਹੈ, ਕੱਲਾ ਆਰਾਮ ਨਾਲ ਦੇਖੀ ਜਾ ਰਿਹਾ ਆਪਣੀ ਖੇਡ ਨੂੰ। ਇੱਥੇ ਤੱਕ ਮਾਲਕ ਨੇ ਪ੍ਰੋਵੀਜ਼ਨ ਕੀਤਾ ਹੋਇਆ ਉਹਦੀ ਖੇਡ ਦੇ ਵਿੱਚ। ਆ ਹੈਗੇ ਨਿਯਮ ਕੁਦਰਤ ਦੇ। ਜਿਨੇ ਉਪਾਈ ਰੰਗ ਰਵਾਈ, ਬੈਠਾ ਵੇਖੇ ਵਖ ਕੇਲਾ। ਸੱਚਾ ਸੋ ਸਾਹਿਬ ਸੱਚ ਤਪਾਵਸ, ਸਚੜਾ ਨਿਆਉ ਕਰੇਗ ਮਸੋਲਾ। ਕਹਿੰਦਾ ਉਹ ਸੱਚਾ ਆ ਸਾਹਿਬ, ਉਹਦਾ ਨਿਆਂ ਸੱਚਾ ਹੈਗਾ, ਤਪਾਵਸ। ਔਰ ਸਚੜਾ ਨਿਆਉ ਕਰੇਗ ਮਸੋਲਾ, ਉਹਨੇ ਮਾਲਕ ਪਰਮਾਤਮਾ ਨੇ ਸੱਚਾ ਨਿਆਂ ਕਰਨਾ ਆ। ਉਹਦਾ ਮਸਲਾ ਜਿਹੜਾ ਹੈਗਾ ਉਹਨੇ ਹੱਲ ਕਰ ਦੇਣਾ ਹੈ ਸੱਚਾ। ਤੂੰ ਕਿਉਂ ਘਬਰਾ ਰਿਹਾ ਆ? ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ। ਕਹਿੰਦੇ ਸਰੀਰ, ਕੱਪੜ ਰੁਪਏ ਸਰੀਰ ਜਿਹੜੇ ਇਨਸਾਨਾਂ ਨੇ ਪਾਏ ਹੋਏ ਆ, ਕਹਿੰਦੇ ਟੁਕ ਟੁਕ ਹੋ ਜਾਣੇ ਆ, ਟੋਟੇ ਟੋਟੇ ਹੋ ਜਾਣੇ ਆ। ਔਰ ਹਿੰਦੁਸਤਾਨ ਸੰਭਾਲਸੀ ਬੋਲਾ, ਹਿੰਦੁਸਤਾਨ ਇਸ ਬੋਲ ਨੂੰ, ਇਸ ਘਟਨਾ ਨੂੰ ਯਾਦ ਕਰੂਗਾ, ਇਸ ਬੋਲ ਨੂੰ ਯਾਦ ਕਰੂਗਾ ਹਿੰਦੁਸਤਾਨ। ਆਵਨ 78 ਜਾਨ 97, ਹੋਰ ਵੀ ਉੱਠਸੀ ਮਰਦ ਕਾ ਚੇਲਾ। ਕਹਿੰਦੇ 1578 ਚ ਆਏ ਸੀਗੇ ਔਰ ਜਾਣਗੇ ਕਹਿੰਦੇ ਆ 1797 ਦੇ ਵਿੱਚ ਜਾਣਗੇ। ਤੇ ਹੋਰ ਵੀ ਉਦੋਂ ਮਰਦ ਦਾ ਚੇਲਾ ਉੱਠੂਗਾ ਜਿਹੜਾ ਇਹਨਾਂ ਨੂੰ ਭਜਾਊਗਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਵਨ 78 ਜਾਨ 97, ਹੋਰ ਵੀ ਉੱਠਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਹਿੰਦੇ ਸੱਚ ਦੀ ਬਾਣੀ ਆ, ਮੈਂ ਤਾਂ ਸੱਚ ਦੀ ਬਾਣੀ ਆਖ ਰਿਹਾ ਆ, ਸੱਚ ਕਹਿ ਰਿਹਾ ਆ। ਔਰ ਸੱਚ ਦੀ ਬੇਲਾ ਹੈਗੀ ਆ। ਸਮਝ ਲਓ ਇਸ ਗੱਲ ਨੂੰ ਵੀ ਆ ਸਮਾਂ ਜਿਹੜਾ ਹੈਗਾ ਮਨੁੱਖੀ ਜੂਨ ਮਿਲੀ ਹੋਈ ਆ, ਇਹ ਸੱਚ ਦੀ ਬਾਣੀ ਆਖਣ ਦੇ ਵਾਸਤੇ ਹੈ। ਸੱਚ ਜਿਹੜਾ ਹੈਗਾ ਇਹ ਬਾਰੀ ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸੱਚ ਦੀ ਬੇਲਾ ਹੈਗੀ ਭਾਈ, ਸੱਚ ਦੇ ਨਾਲ ਜੁੜਨ ਦੀ ਬੇਲਾ ਹੈਗੀ। ਪਰਮਾਤਮਾ ਉਹਦੀ ਖੇਡ ਕਿੱਥੇ ਤੱਕ ਹੈਗੀ ਆ, ਉਹਦੇ ਰੂਲ ਦੁਨਿਆਵੀ ਰੂਲਾਂ ਦੇ ਵਿੱਚ ਮੇਲ ਨਹੀਂ ਖਾਂਦੇ।
ਇੱਕ ਹੋਰ ਸ਼ਬਦ ਲਈਏ ਇਸੇ ਜਿਹੜਾ ਸਬਜੈਕਟ ਦੇ ਉੱਤੇ। ਜੀ ਤੁਸੀਂ ਲਾਲੋ ਬਾਰੇ ਨਹੀਂ ਬੋਲਿਆ ਜੀ ਕੁਛ। ਲਾਲੋ ਜਿਹੜਾ ਮੈਂ ਪਹਿਲਾਂ ਹੀ ਕਹਿਤਾ ਵੀਰ ਜੀ, ਲਾਲੋ ਜਿਹੜਾ ਹੈਗਾ ਜਿਹੜੇ ਗਿਆਨ ਲੈ ਰਹੇ ਆ ਉਹਨਾਂ ਨੂੰ ਸੰਬੋਧਨ ਕਰਕੇ ਕਹਿ ਰਹੇ। ਲਾਲੋ ਜਿਹੜੇ ਢਾਈ ਅਕਸ਼ਰ ਪੋਇਟਰੀ ਦੇ ਵਿੱਚ ਹੁੰਦੇ ਆ, ਅਲਾਉਡ ਹੁੰਦੇ 2.5 ਅਕਸ਼ਰ ਜਿਹੜੇ ਪੋਇਟਰੀ ਬਣਾਉਣ ਦੇ ਵਾਸਤੇ, ਬਾਰ-ਬਾਰ ਆ ਰਹੇ 2.5 ਅੱਖਰ। ਤੇ ਉਹ ਜਿਹੜੀ ਕਹਾਣੀ ਆ ਉਹ ਨਹੀਂ ਫਿਰ ਠੀਕ ਹੈਗੀ। ਨਹੀਂ ਉਹ ਨਹੀਂ ਠੀਕ ਹੈਗੀ ਜੀ। ਚਲੋ ਠੀਕ ਹੈ ਜੀ। ਹਾਂਜੀ ਹਾਂਜੀ, ਕਿਉਂਕਿ ਇਕੱਲੇ ਲਾਲੋ ਵਾਸਤੇ ਗਿਆਨ ਥੋੜੀ ਨਾ ਸੀਗਾ। ਆਪਾਂ ਜਿਹੜੇ ਹੈਗੇ ਇਹ ਇਸ ਤੋਂ ਅੱਗੇ ਜਿਹੜਾ ਹੈਗਾ ਇੱਕ ਹੋਰ ਸ਼ਬਦ ਲਈਏ, ਉਹ ਹੈਗਾ 360 ਅੰਗ ਦੇ ਉੱਤੇ ਆਸਾ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦਾ ਹੀ ਸ਼ਬਦ ਹੈਗਾ ਜੀ। ਖੁਰਾਸਾਨ, ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਜਿਹੜਾ ਹੈਗਾ ਇੱਕ ਏਰੀਆ ਹੈਗਾ, ਇਹ ਜਿਹੜਾ ਹੈਗਾ ਇਰਾਕ ਔਰ ਇਹਦੇ ਅਫਗਾਨਿਸਤਾਨ ਇਹਦੇ ਨੇੜੇ ਤੇੜੇ ਹੀ ਹੈਗਾ, ਖੁਰਾਸਾਨ ਕਰਕੇ ਹਾਲੇ ਵੀ ਹੈਗਾ। ਕਹਿੰਦੇ ਉਹ ਖਸਮਾਨਾ ਉਹਨੂੰ ਜਿੱਤ ਲਿਆ, ਉਹਦਾ ਖਸਮ ਹੋ ਗਿਆ ਬਾਬਰ। ਹਿੰਦੁਸਤਾਨ ਡਰਾਇਆ, ਇਸ ਤੋਂ ਬਾਅਦ ਫਿਰ ਉਹਨੇ ਹਿੰਦੁਸਤਾਨ ਵੱਲ ਫੌਜ ਜਮਾ ਕਰਕੇ ਹਿੰਦੁਸਤਾਨ ਵੱਲ ਆ ਗਿਆ ਚੜ੍ਹਾਈ ਕਰਕੇ। ਸੇਮ ਦੀ ਸੇਮ ਜਿਹੜਾ ਆਪਾਂ ਨੇ ਹੁਣ ਸ਼ਬਦ ਕਰਕੇ ਆਏ ਸੀਗੇ, ਉਹੀ ਦੂਸਰੇ ਰੂਪ ਦੇ ਵਿੱਚ ਮਹਾਰਾਜ ਜਿਹੜੇ ਹੈ ਪਹਿਲੀ ਪਾਤਸ਼ਾਹੀ ਆਪਾਂ ਨੂੰ ਗਿਆਨ ਦੇ ਰਹੇ। ਅੰਗ ਨੰਬਰ ਦੱਸਣਾ ਜੀ। ਅੰਗ ਨੰਬਰ ਹੈਗਾ ਜੀ 360। 360 ਆਸਾ ਰਾਗ ਦੇ ਵਿੱਚ ਹੈਗਾ, ਪਹਿਲੀ ਪਾਤਸ਼ਾਹੀ ਦਾ ਛੋਟਾ ਜਿਹਾ ਸ਼ਬਦ ਹੈਗਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਕਹਿੰਦੇ ਹਿੰਦੁਸਤਾਨ ਤੇ ਚੜ੍ਹਾਈ ਕਰਤੀ ਔਰ ਉਹਨੇ ਜਿਹੜਾ ਹੈ ਪਹਿਲਾਂ ਉਹ ਖੁਰਾਸਾਨ ਏਰੀਆ ਜਿਹੜਾ ਹੈਗਾ ਉਹਦਾ ਖਸਮ ਬਣਿਆ, ਫਿਰ ਉੱਥੋਂ ਜਿਹੜੀ ਹੈਗੀ ਫੌਜ ਇਕੱਠੀ ਕਰਕੇ ਹਿੰਦੁਸਤਾਨ ਤੇ ਚੜ੍ਹਾਈ ਕਰਤੀ, ਡਰਾਇਆ ਹਿੰਦੁਸਤਾਨ ਨੂੰ, ਧਾਵਾ ਬੋਲਤਾ। ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੇ ਉੱਤੇ ਦੋਸ਼ ਨਹੀਂ ਆ, ਮਾਲਕ ਦਾ ਕੋਈ ਦੋਸ਼ ਨਹੀਂ ਹੈ, ਉਹਦੀ ਖੇਡ ਹੈਗੀ ਮਾਲਕ ਪਰਮਾਤਮਾ ਦੀ। ਜਮ ਬਣਾ ਕੇ ਜਿਹੜੇ ਹੈਗੇ ਮੁਗਲ ਜਿਹੜੇ ਹੈਗੇ ਚੜ੍ਹਾਈ ਕਰਕੇ ਆ ਗਏ, ਜਮ ਕਰ ਮੁਗਲ ਚੜਾਇਆ ਪਠਾਣਾ ਦੇ ਉੱਤੇ। ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਪਰਮਾਤਮਾ ਦਾ ਨਿਆਂ ਹੈ, ਪਰਮਾਤਮਾ ਦੀ ਖੇਡ ਹੈਗੀ ਆ। ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ। ਹੁਣ ਇੱਥੇ ਜਿਹੜਾ ਹੈਗਾ ਇਹਦੇ ਅਰਥ ਹੋ ਜਾਂਦੇ ਆ, ਇਹ ਅਰਥ ਕਰ ਦਿੰਦੇ ਆ ਕਿ ਬਈ ਇੰਨੀ ਮਾਰ ਪਈ, ਇੰਨੀ ਜੀਵ ਹੱਤਿਆ ਹੋਈ, ਇੰਨੇ ਕੁਰਲਾ ਰਹੇ ਆ, ਤੇ ਤੈਨੂੰ ਕੋਈ ਦਰਦ ਹੀ ਨਹੀਂ ਆਇਆ ਮਾਲਕਾ, ਤੈਨੂੰ ਕੋਈ ਦਰਦ ਨਹੀਂ ਆਇਆ। ਇਹ ਸਾਰਾ ਜੇ ਮਾਲਕ ਨੇ ਜਿਹੜਾ ਹੈਗਾ ਮਾਲਕ ਨੂੰ ਹੀ ਦਰਦ ਆਉਣਾ ਸੀ, ਤੇ ਫਿਰ ਤਾਂ ਮਾਲਕ ਜਿਹੜਾ ਹੈਗਾ ਇਹ ਹੋਣ ਤੋਂ ਪਹਿਲਾਂ ਹੀ ਰੋਕ ਦਿੰਦਾ। ਬਾਬਰ ਕੀ ਚੀਜ਼ ਹੈ ਮਾਲਕ ਦੇ ਸਾਹਮਣੇ। ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ, ਤੈਂ ਕੀ ਇਕੱਠਾ ਪੜੀਏ ਆਪਾਂ, ਤੈਂ ਕੀ ਦਰਦ ਨਾ ਆਇਆ। ਬਈ ਤੈਨੂੰ ਕੋਈ ਦਰਦ ਨਹੀਂ ਆਇਆ, ਤੇਰੀ ਖੇੜਿਆ, ਤੈਨੂੰ ਤੇਰੀ ਖੇੜਿਆ। ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ। ਕਿਉਂ ਇਸ ਤਰ੍ਹਾਂ ਕਿਉਂ ਕਰਤਾ, ਤੂੰ ਸਭਨਾ ਕਾ ਸੋਈ। ਹੇ ਮੇਰੇ ਮਾਲਕਾ, ਤੂੰ ਤਾਂ ਸਾਰਿਆਂ ਦਾ ਹੈਗਾ ਆ, ਤੂੰ ਤਾਂ ਸਾਰਿਆਂ ਦਾ ਹੈਗਾ, ਸਾਰੇ ਇੱਕ ਬਰੋਬਰ ਆ ਤੇਰੇ ਵਾਸਤੇ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨੇ ਰੋਸ ਨਾ ਹੋਈ। ਰਹਾਓ ਕਹਿੰਦਾ ਜੇ ਤਾਕਤਵਰ ਨੂੰ ਮਾਰੂਗਾ, ਤਾਕਤਵਰ ਲੜਨ, ਸਿੰਘ ਆਪਣੇ ਤੁੜਾਉਣ, ਇੱਕ ਦੂਸਰੇ ਨੂੰ ਮਾਰਨ, ਤੇ ਤਾਂ ਮਨ ਚ ਰੋਸ਼ ਨਹੀਂ ਆਊਗਾ। ਇਹ ਕਮਜ਼ੋਰ ਦੇ ਉੱਤੇ ਜਿਹੜਾ ਤਾਕਤਵਰ ਜਿਹੜਾ ਹੈਗਾ
ਕਮਜ਼ੋਰ ਤੇ ਤਸ਼ੱਦਦ ਕਰ ਰਿਹਾ। ਇਹ ਕੀ ਗੱਲ ਹੈ ਮਾਲਕਾ? ਇਹ ਤਾਂ ਕੋਈ ਜਿਹੜਾ ਹੈਗਾ ਇਨਸਾਫ ਨਹੀਂ ਹੈਗਾ। ਰਹਾਓ, ਇਹਦਾ ਮਤਲਬ ਇਹ ਧਰਤੀ ਦਾ ਕਾਨੂੰਨ ਹੈ। ਆਪਾਂ ਸੋਚਦੇ ਹਾਂ ਇਸ ਤਰ੍ਹਾਂ, ਜੇ ਇਸ ਤਰ੍ਹਾਂ ਜਿਹੜਾ ਹੈਗਾ, ਜੇ ਬਰੋਬਰ ਦੀ ਜਿਹੜੀ ਹੈਗੀ ਲੜਾਈ ਹੋਏ, ਬਰੋਬਰ ਦਾ ਜਿਹੜਾ ਹੈਗਾ ਤਾਕਤਵਰ ਦੇ ਨਾਲ ਭਿੜੇ, ਤੇ ਫਿਰ ਤਾਂ ਪਿਆਰਿਆ ਜਿੰਨੀਆਂ ਕਿੰਨੀਆਂ ਅੱਧੀਆਂ ਜੂਨਾਂ ਜਿਹੜੀਆਂ ਹੈਗੀਆਂ ਮਾਲਕ ਦੀਆਂ ਜਿਹੜੀਆਂ ਹੈਗੀਆਂ ਉਹ ਭੁੱਖੀਆਂ ਮਰ ਜਾਣਗੀਆਂ, ਅਲੋਪ ਹੋ ਜਾਣਗੀਆਂ। ਸ਼ੇਰ, ਚੀਤੇ, ਬਿੱਲੀ, ਇਹ ਸਾਰੇ ਮੱਛੀਆਂ ਮੁੱਛੀਆਂ ਜਿਹੜੀਆਂ ਇੱਕ ਦੂਸਰੇ ਨੂੰ ਖਾਂਦੀਆਂ, ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਕੰਮ ਖਤਮ ਹੋ ਜਾਏ, ਫਿਰ ਇਹਨਾਂ ਦੀ ਕਿਹੜੀ ਖੇਤੀ ਬੇਤੀ ਹੈਗੀ ਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨੇ ਰੋਸ਼ ਨਾ ਹੋਈ। ਕਹਿੰਦੇ ਇਹ ਤੇਰਾ ਕਾਨੂੰਨ ਆ ਭਾਈ, ਤੇਰਾ ਕਾਨੂੰਨ ਆ। ਆਪਾਂ ਸੋਚਦੇ ਆ ਮਾਲਕ ਦਾ ਕਾਨੂੰਨ ਨਹੀਂ ਹੈਗਾ ਇਹ। ਮਾਲਕ ਦਾ ਕਾਨੂੰਨ ਕੀ ਹੈਗਾ? ਅਗਲੀ ਤੁਕ ਤੋਂ ਇਹ ਕਲੀਅਰ ਹੋਇਆ। ਸਕਤਾ ਸਿੰਹ ਮਾਰੇ ਪੈ ਵੱਗੈ, ਖਸਮੇ ਸਾਹ ਪੁਰਸਾਈ। ਕਹਿੰਦੇ ਤਾਕਤਵਰ ਸ਼ੇਰ ਹੈਗਾ, ਉਹਨੇ ਜਾਨਵਰ ਮਾਰਨੇ ਆ, ਵੱਗ ਨੂੰ ਖਾਣਾ ਹੈ ਉਹਨੇ, ਵੱਗ ਤੇ ਉਹਨੇ ਜਾ ਕੇ ਅਟੈਕ ਕਰਨਾ ਹੀ ਕਰਨਾ ਹੈ। ਖਸਮੈ ਸਾਹ ਪੁਰਸਾਈ, ਕਹਿੰਦੇ ਮਾਲਕ ਪਰਮਾਤਮਾ ਨੂੰ ਆਇਆ ਉਹਨੂੰ ਉਹਦੀ ਖੇਡ। ਖਸਮੇ ਸਾਹ ਪੁਰਸਾਈ, ਉਹ ਪੁਰਸਾਈ ਉਹਦੀ ਮਾਲਕ ਪਰਮਾਤਮਾ ਦੀ ਗੇਮ ਆ ਹੈਗੀ ਆ, ਉਸ ਪੁਰਸ਼ ਦੀ, ਉਸਦਾ ਹੁਕਮ। ਸਕਤਾ ਸਿੰਹ ਮਾਰੇ ਪੈ ਵੱਗੈ, ਵੱਗ ਦੇ ਉੱਤੇ। ਖਸਮੇ ਸਾਹ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੀ, ਮੂੰਹਾਂ ਸਾਰ ਨਾ ਕਾਈ। ਕਹਿੰਦੇ ਇੰਨੇ ਸੋਹਣੀਆਂ ਇਸਤਰੀਆਂ, ਇੰਨੇ ਸੋਹਣੇ ਬੱਚੇ, ਇੰਨੇ ਸੋਹਣੇ ਇਨਸਾਨ, ਰਤਨਾਂ ਵਰਗੇ, ਕਹਿੰਦੇ ਵਿਗਾੜ ਤੇ ਇਹਨਾਂ ਕੁੱਤਿਆਂ ਨੇ। ਰਤਨ ਵਿਗਾੜ ਵਿਗੋਏ ਕੁੰਤੀ, ਵਿਗੋਏ ਮਤਲਬ ਉਹਨਾਂ ਦੀ ਤਹਿਸ ਨਹਿਸ ਕਰ ਦਿੱਤਾ ਇਹਨਾਂ ਕੁੱਤਿਆਂ ਨੇ। ਮੂੰਹਾਂ ਸਾਰ ਨਾ ਕਾਈ, ਉਹਨਾਂ ਦੀ ਵਿਚਾਰਿਆਂ ਦੀ ਕੋਈ ਸਾਰ ਨਹੀਂ। ਆਪੇ ਜੋੜੇ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਆਇਆ ਮਾਲਕ ਦੀ ਖੇਡ। ਆਪ ਹੀ ਸਰੀਰ ਸੋਹਣੇ ਬਣਾਏ ਸੀ, ਆਪ ਹੀ ਵਿਛੋੜ ਦਿੱਤੇ। ਦੇਖ ਰਿਹਾ ਹੈ ਮਾਲਕ, ਆਪੇ ਵੇਖ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਆਇਆ ਮਾਲਕ ਦੀ ਵਡਿਆਈ ਪਾਈ, ਆਇਆ ਉਹਦੀ ਖੇਡ। ਜੇ ਮਾਲਕ ਪਰਮਾਤਮਾ ਨੇ ਫਿਰ ਕਿਵੇਂ, ਉਹਨੇ ਤਾਂ ਜਿਹੜਾ ਹੈਗਾ ਪਾਪ ਜੇ ਕਰ ਲੋ, ਤੇ ਆਪਾਂ ਨੂੰ ਆਪਣਾ ਹੱਥ ਥੋੜੀ ਨਾ, ਆਪਾਂ ਨੇ ਮਾਲਕ ਨੇ ਰੋਕੇ ਹੋਏ ਆ। ਜਿਹੜਾ ਮਰਜੀ ਕੰਮ ਕਰ ਲੋ, ਆਪਾਂ ਜਿਹਨੂੰ ਮਰਜੀ ਮਾਰ ਦੋ, ਔਰ ਮਾਰ ਕੇ ਫਿਰ ਜਿਹੜਾ ਹੈਗਾ ਸ਼ੁਰੂ ਹੋ ਜਾਏਗਾ ਸਿਲਸਿਲਾ। ਮਰਨਾ ਜੀਣਾ ਤਾਂ ਹੈ ਨਹੀਂ, ਸਰੀਰ ਹੈਗਾ, ਮਾਲਕ ਨੇ ਤਾਂ ਸਰੀਰ ਫਿਰ ਦੇ ਦੇਣਾ ਅਗਲੇ ਨੂੰ। ਹੁਕਮ ਦਾ ਵੀਰ ਜੀ, ਹੁਕਮ ਦਾ ਵਿਸਤਾਰ ਦੱਸ ਰਹੇ ਨੇ। ਹਾਂ, ਬਹੁਤ ਕਮਾਲ ਦਾ ਗਿਆਨ ਹੈ ਜੀ, ਬਹੁਤ ਕਮਾਲ ਦਾ ਗਿਆਨ ਹੈ। ਰਤਨ ਵਿਗਾੜ ਵਿਗੋਏ ਕੁੱਤੀ, ਮੂੰਹਾਂ ਸਾਰ ਨਾ ਕਾਈ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਕਹਿੰਦੇ ਇੱਥੇ ਭਾਈ, ਜੇ ਕੋਈ ਆਪਣੇ ਆਪ ਨੂੰ ਚੌਧਰੀ ਸਮਝ ਲੈ, ਆਪਣੇ ਆਪ ਨੂੰ ਕਰਤਾ ਸਮਝ ਲੈ, ਆਪਣੇ ਆਪ ਨੂੰ ਜਿਹੜਾ ਹੈਗਾ ਮਨ ਭਾਉਣੇ ਪਦਾਰਥ ਭੋਗਦਾ ਹੋਏ, ਖਸਮੈ ਨਦਰੀ ਕੀੜਾ ਆਵੇ, ਜੇਤੇ ਚੁਗੇ ਦਾਣੇ। ਦੇਖ ਲਓ ਭਾਈ, ਮਾਲਕ ਪਰਮਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਕੀ ਹੈਗਾ? ਕਹਿੰਦੇ ਕੀੜਾ ਹੈਗਾ, ਕੀੜਾ। ਤੁਸੀਂ ਆਪਾਂ ਦੇਖ ਲਓ, ਸਾਰੀ ਜਿਹੜੀ ਹੈਗੀ ਆ ਇਹ ਧਰਤੀ, ਔਰ ਉੱਪਰੋਂ ਦੇਖੋ ਕਿਸੇ ਪਲੈਨਟ ਤੋਂ ਜਿਹੜਾ ਹੈਗਾ ਨਜ਼ਰ ਆਉਂਦੀ ਧਰਤੀ, ਦੇਖ ਲਓ ਕਿੰਨੀ ਇੱਕ ਡਾਟ, ਉਹ ਤੋਂ ਡਾਟ ਦੇ ਵਿੱਚ ਆਪਾਂ ਕਿੱਥੇ ਕਹਿ ਗਏ ਆ ਭਾਈ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਖਸਮੈ ਨਦਰੀ ਕੀੜਾ ਆਵੇ, ਜੇਤੇ ਚੁਗੇ ਦਾਣੇ। ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਬਖਾਣੇ। ਕਹਿੰਦੇ ਭਾਈ ਮਰ ਕੇ, ਮਾਰੇ ਮਾਇਆ ਵੱਲੋਂ ਜਿਹੜਾ ਹੈਗਾ ਮਰੇ, ਤਾਂ ਜਿਹੜਾ ਹੈਗਾ ਜਿਉਂਦਾ ਹੋ ਜਾਏਗਾ ਭਾਈ। ਜੇ ਮਾਇਆ 'ਚ ਜਿਉਂਦਾ ਹੈਗਾ ਤੇ ਆਤਮਿਕ ਰੂਪ 'ਚ ਮਰ ਜਾਏਗਾ। ਇਹ ਰਿਵਰਸੀਬਲ ਹੈਗੇ ਦੋਨੋਂ। ਮਰ ਜੀਵੈ ਤਾਂ ਕਿਛ ਪਾਏ,
ਨਾਨਕ ਨਾਮ ਵਖਾਣੇ, ਨਾਮ ਨੂੰ ਵਖਾਣਨ ਦੇ ਨਾਲ ਤਾਂ ਜਿਹੜਾ ਹੈਗਾ ਕੋਈ ਸਟੈਪ ਅਪ ਹੁੰਦਾ ਹੈ ਇਨਸਾਨ। ਕਰਨੀ ਦਾ ਫਲ ਮਿਲ ਰਿਹਾ ਵੀ ਜੀ, ਆਪਣੇ ਜਿਹੇ ਜਿਹੇ ਕਰਮ ਕੀਤੇ ਸੀਗੇ ਹਾਂ ਕੀਤੇ, ਉਹਦਾ ਫਲ ਮਿਲ ਗਿਆ ਉਹਨਾਂ ਨੂੰ। ਕੀਤੇ ਸੀਗੇ ਜਾਂ ਨਵੇਂ ਸ਼ੁਰੂ ਹੋਏ ਹੋਏ, ਇਹ ਤਾਂ ਖੇਡ ਆ ਮਾਲਕ ਪਰਮਾਤਮਾ ਦੀ, ਉਹਦੀ ਖੇਡ ਆ। ਨੈਗੇਟਿਵਿਟੀ ਨੇ ਪੋਜ਼ਿਟਿਵਿਟੀ ਤੇ ਭਾਰੂ ਪੈਣਾ ਹੀ ਪੈਣਾ। ਕਿਉਂਕਿ ਉਸ ਟਾਈਮ ਉਹ ਮਲਾਣੇ ਬਹੁਤ ਰਾਬੀ ਕਬਾਬੀ ਹੋਏ ਹਾਂ ਬਿਲਕੁਲ, ਤੇ ਪਬਲਿਕ ਦਾ ਖਿਆਲ ਰੱਖਣਾ ਛੱਡ ਦਿੱਤਾ ਸੀਗਾ ਜੀ ਉਹਨਾਂ ਨੇ, ਤੇ ਐਸ ਪ੍ਰਸਤੀ ਹੋ ਗਏ ਜੀ, ਬਸ ਇੱਕ ਕਮਜ਼ੋਰ ਹੋ ਗਏ ਸੀਗੇ, ਉਹ ਫਿਰ ਬਾਬਰ ਦਾ ਮੁਕਾਬਲਾ ਨਹੀਂ ਕਰ ਸਕੇ, ਬਿਲਕੁਲ ਬਹੁਤ ਕਮਜ਼ੋਰ ਹੋ ਗਏ ਸੀ। ਹਾਂ ਤੇ ਮਤਲਬ ਉਹੀ ਹੈ ਜੀ, ਜਿਹੜੀ ਅਸੀਂ ਕਰਨੀ ਕਰਦੇ ਸਾਨੂੰ ਫਲ ਮਿਲਣਾ ਹੀ ਆ। ਬਿਲਕੁਲ ਸਹੀ। ਉਹਦੇ ਤਾਂ ਮਤਲਬ ਕਰੇ ਤਾਂ ਸੱਚ ਨਿਆਓ, ਉਹ ਤਾਂ ਸੱਚ ਨਿਆਓ ਕਰਦਾ ਜੀ, ਬਿਲਕੁਲ ਸਾਫ਼ ਦਿੰਦਾ। ਬਿਲਕੁਲ ਅਸੀਂ ਹੁਣ ਆਪਦੇ ਕਰਮਾਂ ਦਾ ਫਲ ਉਹਨੂੰ ਭੋਗਦੇ ਹਾਂ। ਪਰ ਉਹ ਵਿਕਸੇ ਵੀ ਹੈ ਨਾ ਜੀ, ਹੁਕਮੀ ਵਿਕਸ ਤੇ ਬੇਪਰਵਾਹ, ਹੁਕਮੇ ਵਿਕਸ ਤੇ ਬੇਪਰਵਾਹ, ਬੇਪਰਵਾਹ ਨੇ ਪ੍ਰਵਾਹ ਵੀ ਕਰਦਾ ਪਰ ਬੇਪਰਵਾਹ ਵੀ। ਹੁਕਮ ਇਹੀ ਆ ਨਾ, ਨਹੀਂ ਉਹ ਨਹੀਂ, ਉਹਨੂੰ ਨਹੀਂ, ਉਹ ਤਾਂ ਉਹਨੇ ਬਸ ਜੋ ਹੈਗਾ ਇਨਸਾਫ ਕਰਨਾ। ਇੱਕ ਚੀਜ਼ ਹੋਰ ਹੈਗੀ ਵੀ ਇਹਦੇ, ਧਰਮ ਦਾ ਨਿਆਂ ਕਰ, ਇਹਦੇ ਵਿੱਚ ਜਿਹੜਾ ਹੈਗਾ ਨਾ ਇੱਕ ਹੋਰ ਹੈਗਾ, ਦੇਖੋ ਆਪਾਂ ਜਿਹੜੇ ਹੈਗੇ ਆ, ਇਹ ਖੇਡ ਹੈ ਮਾਲਕ ਪਰਮਾਤਮਾ ਦੀ, ਔਰ ਇਹਦੇ ਵਿੱਚ ਖੇਡ ਦੇ ਵਿੱਚ ਵੱਡਾ ਫਾਉਲ ਇਹ ਹੁੰਦਾ ਆ ਕਿ ਜਦ ਕੋਈ ਜਿਹੜਾ ਹੈਗਾ ਇਹ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ, ਜਿਹੜਾ ਇਨਸਾਨ ਮਾਲਕ ਵੱਲ ਨੂੰ ਯਾਤਰਾ ਕਰ ਰਿਹਾ ਜਿਹੜਾ ਇਨਸਾਨ, ਜਦ ਉਹਦੇ ਉੱਤੇ ਕੋਈ ਤਸ਼ੱਦਦ ਕਰ ਦਿੰਦਾ ਹੈ ਤੇ ਧਰਤੀ ਹਿੱਲ ਜਾਂਦੀ ਹੈ ਭਾਈ। ਉਸ ਟਾਈਮ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਹੈਗਾ ਸਾਕਾ ਹੁੰਦਾ ਹੈ, ਉਸ ਟਾਈਮ ਜਿਹੜਾ ਹੈਗਾ ਬਹੁਤ ਵੱਡਾ ਚੇਂਜ ਆ ਜਾਂਦਾ ਹੈ ਧਰਤੀ ਦੇ ਉੱਤੇ। ਹਾਂ ਹੈਗਾ ਭਾਈ ਇਹ ਚੀਜ਼, ਇਹ ਵੀ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਆ ਵੀ ਉਹਦਾ ਨਿਯਮ ਹੈਗਾ ਬਈ, ਉਹਦੀ ਜਿਹੜੀ ਮੰਨੇ ਕੀ ਗਤ ਕਹੀ ਨਾ ਜਾਏ, ਦੇਖੋ ਕਹੇ ਪਿੱਛੇ ਪਛਤਾਏ। ਜਦੋਂ ਉਹਦੀ ਆਪਾਂ ਗਤੀ ਸਮਝ ਹੀ ਨਹੀਂ ਸਕਦੇ ਨਾ, ਕਿ ਉਹ ਆਪਾਂ ਕਹਿ ਨਹੀਂ ਸਕਦੇ ਪਛਤਾਉਣ ਵਾਲੀ ਗੱਲ, ਪਤਾ ਨਹੀਂ ਕੀ ਖੇਡ ਉਹਦੀ ਮਾਲਕ ਨੇ ਜੋ ਬਣਾਇਆ ਸਿਸਟਮ, ਉਹ ਹੁਕਮ ਚ ਹੈ ਸਾਰਾ। ਹਾਂਜੀ, ਮੰਨੇ ਦਾ ਮਤਲਬ ਇਹ ਵੀ ਮਨ ਦੇ ਵਿੱਚ ਵਸਾਉਣਾ ਉਸ ਮਾਲਕ ਪਰਮਾਤਮਾ ਨੂੰ, ਉਹਦੇ ਨਾਮ ਨੂੰ। ਇਹ ਆਪਾਂ ਜਿਹੜੇ ਹੈਗੇ ਆ ਸੀਗੇ ਰਾਹੋਂ ਦੀ ਪੰਕਤੀ ਤੇ ਸੀ। ਹਾਂਜੀ ਵੀਰ ਜੀ। ਮੈਂ ਕਿਹਾ ਕਿ ਜਦੋਂ ਵਾਈਲਡ ਲਾਈਫ ਕਦੇ ਦੇਖਦੇ ਹਾਂ, ਹਿਸਟਰੀ ਵਾਈਲਡ ਲਾਈਫ, ਤਾਂ ਉਹਦੇ ਵਿੱਚ ਉਹ ਕਿੱਦਾਂ ਸ਼ੇਰ ਚੀਤੇ ਕਿਸੇ ਬੱਗ ਦੇ ਉੱਤੇ ਅਟੈਕ ਕਰਦੇ ਆ, ਤਾਂ ਉਹ ਵੀ ਤੁਹਾਡਾ ਮਤਲਬ ਸਭ ਹੁਕਮ ਦੇ ਵਿੱਚ ਚੱਲ ਰਿਹਾ। ਬਿਲਕੁਲ ਹੁਕਮ, ਪਰਮਾਤਮਾ ਨੇ ਉਹਨਾਂ ਦਾ ਬਣਾਇਆ ਪੂਰਾ, ਸਾਨੂੰ ਤਰਸ ਆਉਂਦਾ ਇਹ ਬੱਗ ਦੇ ਸ਼ੇਰ ਅਟੈਕ ਕਰ ਰਿਹਾ, ਕਿੱਦਾਂ ਏਦਾਂ ਮਤਲਬ ਤਰਸ ਆਉਂਦਾ, ਕੋਈ ਵੀ ਜਿੱਦਾਂ ਮਗਰਮੱਛ ਆ ਕਿਸੇ ਚੀਜ਼। ਬਿਲਕੁਲ ਹਾਂ, ਇਹ ਉਹਦਾ ਹੁਕਮ ਹੈ ਮਾਲਕ ਪਰਮਾਤਮਾ ਦਾ, ਬਿਲਕੁਲ ਹੁਕਮ ਹੈਗਾ ਮਾਲਕ ਦਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਹਨਾਂ ਦੀ ਖੁਰਾਕ ਆ ਜੀ, ਮਾਸ ਮੀਟ ਖੁਰਾਕ ਆ। ਹਾਂ ਉਹਨਾਂ ਜਾਨਵਰ ਮਾਰ ਕੇ ਖਾਣੇ ਆ। ਹਾਂ ਔਰ ਇਸ ਤਰ੍ਹਾਂ ਸ਼ੇਰ ਜਿਹੜਾ ਹੈਗਾ, ਸ਼ੇਰ ਜਿਹੜਾ ਹੈ 10 ਜਾਨਵਰ ਕਦੀ ਨਹੀਂ ਮਾਰੂਗਾ, ਇੱਕੋ ਹੀ ਮਾਰੂਗਾ, ਔਰ ਉਹ ਖਾ ਕੇ ਜਿਹੜਾ ਹੈਗਾ ਉਹ ਛੱਡ ਦਿੰਦਾ, ਬਾਕੀ ਹੋਰ ਦੂਜੇ ਖਾ ਲੈਂਦੇ, ਗਿੱਦੜ ਗੁੱਦੜ ਆ ਕੇ ਖਾ ਜਾਂਦੇ। ਉਹ ਹੀ ਨਹੀਂ ਮਾਰ ਕੇ ਸਿੱਟੀ ਜਾਂਦਾ। ਹਾਂ ਐਵੇਂ ਨਹੀਂ ਮਾਰ ਕੇ। ਵੱਡੀ ਮੱਛੀ ਦੀ ਖੁਰਾਕ ਛੋਟੀ ਮੱਛੀ ਹੈ। ਹਾਂ ਬਿਲਕੁਲ। ਲਓ ਜੀ ਅੱਗੇ। ਸਭ ਹੁਕਮ ਚ ਹੀ ਚੱਲਦਾ, ਫਿਰ ਤਾਂ ਤੁਹਾਡਾ ਮਤਲਬ ਕਿ ਜੋ ਸਾਨੂੰ ਤਰਸ ਆਉਂਦਾ ਕਿ ਵੀ ਤਸ਼ੱਦਦ ਹੋ ਰਹੀ ਹੈ ਜਾਨਵਰਾਂ ਦੇ ਇੱਕ ਦੂਜੇ ਦੇ, ਪਰ ਹੈ ਉਹ ਮਾਲਕ ਦਾ ਹੁਕਮ ਸਭ। ਬਿਲਕੁਲ ਮਾਲਕ ਦਾ ਹੁਕਮ ਹੈ। ਆਪਾਂ ਨੂੰ ਵੀ ਜਿਹੜਾ ਆਪਾਂ ਨੂੰ ਵੀ ਦੇਖੋ, ਦੁਨੀਆ ਦੇ ਵਿੱਚ ਆਪਾਂ ਆਏ ਆ, ਆਪਣਾ ਰੂਲ ਵੀ ਹੈਗਾ ਮਾਲਕ ਦਾ। ਮੇਨ ਇਹ ਆ ਕਿ ਕਿਹੜੇ ਬੰਦੇ ਨੇ ਕਿਹੜਾ ਪ੍ਰਾਣੀ ਖਾਣਾ ਹੈਗਾ ਆ, ਉਹ ਵੀ ਨਿਸ਼ਚਿਤ ਕੀਤਾ ਹੋਇਆ ਜੀ। ਇੱਕ ਮਾਂਸਾਹਾਰੀ, ਇੱਕ ਤਰਾਣ ਖਾਏ, ਇੱਕ ਅੰਮ੍ਰਿਤ ਪਾਏ, ਮਾਟੀਆਂ ਮੇ ਮਾਟੀ ਖਾਏ, ਇਹ ਵੀ ਗੱਲ ਆ ਨਾ ਜੀ। ਉਹਨੇ ਹੁਕਮ ਤੇ ਕੀਤਾ, ਪਰ ਕਿਹੜੀ ਖਾਣੀ ਉਹ ਵੀ ਸਾਡੀ ਚੀਜ਼ ਨਿਸ਼ਚਿਤ ਕੀਤੀ ਆ। ਹੁਣ ਸਾਨੂੰ ਮਾਸ ਖਾਣਾ ਮਨਾ ਕੀਤਾ ਹੈ, ਅਸੀਂ ਬੇਬੀ ਮਾਸ ਖਾਈ ਜਾਂਦੇ ਆ। ਜੇ ਅਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ ਤੇ ਇਹ ਜੇ ਅਸੀਂ ਉਹਦੇ ਹੁਕਮ ਦੇ ਨਾਲ ਹੀ ਹੋ ਰਿਹਾ, ਫਿਰ ਅਸੀਂ ਇਹ ਗੁਨਾਹ ਨਹੀਂ ਕਰ ਰਹੇ ਜੀ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਬਹੁਤ ਵਧੀਆ। ਸਿਰਫ ਇਨਸਾਨ ਹੀ ਆ ਜਿਹੜਾ ਹੁਕਮ ਵਿੱਚ ਨਹੀਂ ਚੱਲਦਾ। ਹੁਕਮ ਕਿਉਂਕਿ ਇਨਸਾਨ ਨੂੰ ਚੁਆਇਸ ਦਿੱਤੀ ਹੈ ਮਾਲਕ ਨੇ, ਇਨਸਾਨ ਨੂੰ ਚੁਆਇਸ ਦਿੱਤੀ ਹੈ, ਕਿਉਂਕਿ ਇਨਸਾਨ ਨੂੰ ਹਾਂ ਇਨਸਾਨ ਨੂੰ ਜਿਹੜਾ ਹੈਗਾ ਇਹ ਵੀ ਹੁਕਮ ਚ ਹੀ ਰਿਹਾ ਜੀ ਉਹਦੇ। ਬਿਲਕੁਲ ਸਹੀ। ਉਹ ਇਸੇ ਤਰ੍ਹਾਂ ਹੀ ਹੋਣਾ ਸੀਗਾ, ਕਿਉਂਕਿ ਜੇ ਇਨਸਾਨ ਜਿਹੜਾ ਹੈਗਾ ਚੁਆਇਸ, ਅਸੀਂ ਇਹ ਜਿਹੜਾ ਕਰਮ ਕਰ ਰਹੇ ਹੈਗਾ ਇਹਦਾ ਫਲ ਸਾਨੂੰ ਗਾਹ ਕੇ ਫਿਰ ਮਿਲਣਾ। ਇਹ ਅਸੀਂ ਆਪਣੇ ਇਸ ਸਵਾਦਾਂ ਲਈ ਜਿਹੜਾ ਹੈਗਾ ਨਾ ਲੱਭ ਕਰਨ ਦਾ ਜਿਹੜਾ ਆਖਿਆ ਆ, ਜਿਹੜਾ ਅਸੀਂ ਰਸ ਪਾਸੇ ਆ ਕੇ ਫਸ ਕੇ ਅਸੀਂ ਕਰ ਗਏ, ਉਹਦਾ ਅਸੀਂ ਆਪ ਕਰ ਰਹੇ ਹਾਂ ਨਾ, ਫਿਰ ਇਸੇ ਕਰਕੇ ਸਾਨੂੰ ਅਸੀਂ ਸਜ਼ਾ ਦੇ ਭਾਗੀ ਹੋ ਜਾਂਦੇ ਆ। ਉਹੀ ਫਿਰ ਪਰਮਾਤਮਾ ਦਾ ਹੁਕਮ ਆ, ਉਹ ਤਾਂ ਹੋਰ ਸੀਗਾ ਸਾਨੂੰ ਕੀਤਾ ਜੀ।
ਜਿਹੜੇ ਭਾਜੀ ਰੈੱਡ ਸੈੱਲ ਵਧਾਉਣ ਲਈ ਫਲਾਨਾ ਧਮਕੜਾ ਜਿਹੜੇ ਖਾਂਦੇ ਆ ਇਹ ਸਭ ਪ੍ਰਖੰਡਬਾਜੀ ਹੈ ਬੇਟਾ। ਵੀਰ ਜੀ ਆਪਾਂ ਗੁਰਬਾਣੀ ਕਰੀਏ ਹੁਣ ਜਿਹੜਾ ਹੈਗਾ ਕਿ ਜਿਹੜੀ ਚੀਜ਼ ਸਾਨੂੰ ਖਾਣ ਵਾਸਤੇ ਕਿਹਾ ਉਹੀ ਖਾਣੀ ਚਾਹੀਦੀ ਆ। ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਚੀਜ਼ਾਂ ਦੇ ਨਾਲ ਹੀ ਖਾ ਕੇ ਅਸੀਂ ਕੇਸਵਾ ਖਾਵਾਂਗੇ ਤੇ ਫਿਰ ਸਾਡੇ ਜਿਹੜੇ ਸੈੱਲ ਵਗੈਰਾ ਪੂਰੇ ਹੋਣਗੇ। ਸਾਨੂੰ ਹੁਕਮ ਧਿਆਨ ਸਿਮਰਨ ਦਾ ਜੀ ਉਹ ਕਰੀਏ ਆਪਾਂ। ਨਹੀਂ ਆਪਾਂ ਜਿਹੜੇ ਨਾ ਅਸੀਂ ਗੁਰਬਾਣੀ ਨੂੰ ਛੱਡ ਦਈਏ ਜੀ ਫਿਰ ਆਪਾਂ ਜਾਂ ਤੋਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜੇਕਰ ਸਾਡੇ ਸੈੱਲ ਘਟ ਗਿਆ ਤੇ ਵੀ ਦੁੱਖ ਹੈ ਨਾ ਇੱਕ, ਉਹ ਫਿਰ ਸੱਚੀ ਬਾਣੀ ਅਸੀਂ ਸੁਣਦੇ ਨਹੀਂਗੇ ਜਿਸ ਕਰਕੇ ਅਸੀਂ ਦੁੱਖ ਭੋਗੀ ਜਾਣ ਲੱਗੇ ਆ। ਉਹਨੂੰ ਸੁਣ ਲਾਂਗੇ ਆਪਣੇ ਆਪ ਹੀ ਪੂਰੇ ਹੋ ਜਾਣਗੇ। ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਜਿਹੜਾ ਹੁਕਮ ਆ ਉਹਦਾ ਨਾਮ ਆ ਨਾ। ਹਾਂਜੀ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਦੇ ਹੀ ਨਹੀਂਗੇ ਜਿਸ ਕਰਕੇ ਸਜ਼ਾ ਦੇ ਭਾਗੀ ਹੋ ਜਾਂਦੇ ਆ। ਉਸੇ ਨਾਲ ਹੀ ਸਾਡੇ ਵੇ ਕਰਮ ਬਣ ਜਾਂਦੇ। ਹਾਂਜੀ ਜੀ ਵੀਰ ਜੀ ਆਪਾਂ ਨਾ ਉਸ ਤੋਂ ਸਬਜੈਕਟ ਤੋਂ ਚਲੇ ਗਏ ਵੀਰ ਜੀ, ਸਬਜੈਕਟ ਤੋਂ ਦੂਰ ਚਲੇ ਜਾਂਦੇ ਆ। ਬਸ ਇਹ ਜਿਹੜੀ ਹੈ ਨਾ ਛੋਟੀ ਛੋਟੀਆਂ ਗੱਲਾਂ ਦੇ ਉੱਤੇ ਆਪਾਂ ਸਬਜੈਕਟ ਤੋਂ ਦੂਰ ਚਲੇ ਜਾਂਦੇ ਆ, ਉਹ ਰਸ ਚਲੇ ਜਾਏਗਾ। ਆਪਾਂ ਵਾਪਸ ਉੱਥੇ ਆਈਏ 71 ਨੰਬਰ 70 71 ਦੇ ਉੱਤੇ। ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨਿਤਾਣਿਆਂ ਦਾ ਤਾਣ ਹੈਗਾ। ਮਾਲਕ ਪਰਮਾਤਮਾ ਜਿਹੜੇ ਆਪਣੇ ਆਪ ਨੂੰ ਨਿਤਾਣਾ ਸਮਝਦੇ ਆ, ਜਿਹੜੇ ਆਪਣੇ ਆਪ ਨੂੰ ਜਿਹੜਾ ਹੈਗੇ ਮਾਲਕ ਦੀ ਹੈਲਪ ਮੰਗਦੇ ਆ ਵੀ ਬਾਪੂ ਮੈਂ ਨਹੀਂ ਕਰ ਸਕਦਾ, ਤੂੰ ਮੇਰੀ ਮਦਦ ਕਰ, ਉਹਨਾਂ ਦਾ ਤਾਣ ਹੈਗਾ ਮਾਲਕ ਪਰਮਾਤਮਾ। ਜਿਹੜੇ ਤਾਣ ਵਾਲੇ ਹੈਗੇ ਉਹਨਾਂ ਨੂੰ ਮਾਲਕ ਕਹਿੰਦਾ ਗੋ ਹੈਡ। ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਉਹ ਮਾਲਕ ਪਰਮਾਤਮਾ ਆਉਂਦਾ ਜਾਂਦਾ ਨਹੀਂ ਆ, ਥਿਰ ਹੈਗਾ, ਆਪਣੀ ਖੇਡ ਦੇ ਵਿੱਚ ਥਿਰ ਹੈਗਾ। ਮਨੁੱਖ ਨੂੰ ਚੁਆਇਸ ਦਿੱਤੀ ਹੈ, ਔਰ ਕਿੱਥੇ ਤੱਕ ਚੁਆਇਸ ਦਿੱਤੀ ਹੈ ਉਹ ਆਪਾਂ ਨੇ ਦੇਖ ਲਈ। ਹੁਣ 2 ਸ਼ਬਦ ਲਏ ਸੀਗੇ, ਜਿਹੜੇ ਲੇਟ ਆਏ ਆ ਉਹ ਪਲੀਜ਼ ਉਹਨੂੰ ਰਿਕਾਰਡਿੰਗ ਸੁਣ ਲੈਣ। ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਇਹ ਸੱਚ ਨੂੰ ਜਾਣ ਲਾ, ਸੱਚ ਨੂੰ ਜਾਣ ਲਾ। ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ। ਜੇ ਕੋਈ ਕਮਜ਼ੋਰ ਹੈਗਾ ਦੁਨਿਆਵੀ ਤੌਰ ਦੇ ਉੱਤੇ, ਨੰਗ ਭੁੱਖ ਜਿਹੜੇ ਹੈਗੇ ਉਹਦੀ ਆਪਣਾ ਗੁਜ਼ਾਰਾ ਜਿਹੜਾ ਹੈਗਾ ਨਹੀਂ ਚੱਲਦਾ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਔਰ ਉਹਦੇ ਕੋਲ ਪੈਸਾ ਮਾਇਆ ਵੀ ਨਹੀਂ ਹੈਗੀ, ਨਾ ਕੋਈ ਧੀਰਜ ਦਿੰਦਾ ਹੈ ਉਹਨੂੰ। ਸਵਾਰਥ ਸੁਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਕਹਿੰਦੇ ਉਹਦਾ ਸਵਾਰਥ, ਉਹਦਾ ਸਵਾਰਥ, ਉਹਦਾ ਜਿਹੜਾ ਹੈਗਾ ਉਹਦੀ ਜ਼ਰੂਰਤ, ਸੁਆਓ ਜ਼ਰੂਰਤ, ਨਾ ਕੋ ਕਰੇ ਕੋਈ ਪੂਰੀ ਨਹੀਂ ਕਰੇ, ਉਹਦੇ ਨਾਲ ਕੋਈ ਕੰਮ ਸਿਰੇ ਹੀ ਨਾ ਚੜੇ, ਨਾ ਕਿਛ ਹੋਵੇ ਕਾਜ। ਚਿਤਾਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਜੇ ਕਿਤੇ ਉਸਨੂੰ ਉਹ ਮਾਲਕ ਪਰਮਾਤਮਾ ਚੇਤੇ ਆ ਜਾਏ, ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਸ਼ੁਰੂ ਕਰਦਾ ਹੈ, ਚਿਤਾਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਔਰ ਉਹ ਜਿਹੜਾ ਹੈਗਾ ਨਿਹਚਲ ਹੋ ਜਾਏਗਾ, ਉਹਦਾ ਮਨ ਅਡੋਲ ਹੋ ਜਾਏਗਾ। ਔਰ ਜਿਵੇਂ ਰਾਜੇ ਮਹਾਰਾਜੇ ਜਿਹੜੇ ਆ ਉਹ ਸਟੇਜ ਨੂੰ ਨਹੀਂ ਪਾ ਸਕਦੇ, ਉਹ ਖੁਸ਼ੀ ਉਹ ਖੇੜਾ ਉਹਦੇ ਅੰਦਰ ਆ ਜਾਏਗਾ। ਤੀਸਰਾ ਬੰਦ ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਕਹਿੰਦੇ ਜਿਹਨੂੰ ਚਿੰਤਾ ਹੈਗੀ ਆ, ਬਹੁਤ ਚਿੰਤਾ ਹੈ। ਚਿੰਤਾ ਕੀ ਹੈ? ਮਨ ਦਾ ਰੋਗ ਹੈਗਾ। ਕਹਿੰਦੇ ਸਰੀਰ ਨੂੰ ਵੀ ਰੋਗੀ ਕਰ ਦੇਣਾ, ਚਿੰਤਾ ਨੇ ਸਰੀਰ ਨੂੰ ਰੋਗੀ ਕਰ ਦੇਣਾ। ਪਹਿਲਾਂ ਮਨ ਰੋਗੀ ਹੁੰਦਾ, ਫਿਰ ਤਨ ਰੋਗੀ ਹੋ ਜਾਂਦਾ ਹੈ। ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਕਹਿੰਦੇ ਆਪਣੇ ਗ੍ਰਸਤੀ ਦੇ ਵਿੱਚ, ਕੁਟੰਬ ਦੇ ਵਿੱਚ ਹੀ ਪੂਰੀ ਤਰ੍ਹਾਂ ਜਿਹੜਾ ਹੈਗਾ ਗਲਤਾਨ ਹੋਇਆ ਪਿਆ ਆ, ਲਿਪਟਿਆ ਪਿਆ ਆ। ਸਿਰ ਖੁਰਕਣ ਦੀ ਫੁਰਸਤ ਨਹੀਂ ਹੈਗੀ, ਕਦੀ ਖੁਸ਼ੀ ਤੇ ਕਦੀ ਗਮੀ। ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ। ਕਹਿੰਦੇ ਚਾਰੋਂ ਪਾਸੇ ਜਿਹੜਾ ਹੈਗਾ ਇਹਦੇ ਵਾਸਤੇ ਜਿਹੜਾ ਹੈਗਾ, ਚਾਰੋਂ ਪਾਸੇ ਜਿਹੜਾ ਹੈਗਾ ਘੁੰਮਦਾ ਇਨਸਾਨ, ਗਵਨ ਕਰਦਾ ਹੈ,
ਕਿਤੇ ਵੀ ਟਿਕਾਣਾ ਨਹੀਂ ਮਿਲਦਾ, ਘੜੀ ਬੈਸਣ ਨੂੰ ਨਹੀਂ ਮਿਲਦਾ, ਘੜੀ ਵਾਸਤੇ ਵੀ ਜਿਹੜਾ ਹੈਗਾ ਚਿੰਤਾ ਤੋਂ ਬਾਹਰ ਨਹੀਂ ਨਿਕਲਦਾ। ਚਿਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਹਿੰਦੇ ਕਿਤੇ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ, ਮਾਲਕ ਪਰਮਾਤਮਾ ਚੇਤੇ ਦੇ ਵਿੱਚ ਆ ਜਾਏ, ਮਾਲਕ ਨੂੰ ਪੁਕਾਰ ਲਏ ਤੇ ਤਨ ਔਰ ਮਨ ਕਹਿੰਦੇ ਦੋਨੋਂ ਦੇ ਦੋਨੇ ਸੀਤਲ ਹੋ ਜਾਣਗੇ, ਦੋਨੋਂ ਦੇ ਦੋਨੋਂ ਜਿਹੜੇ ਹੈਗੇ ਠੰਡ ਵਰਤ ਜਾਏਗੀ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਅਗਲੀ ਕੈਟੇਗਰੀ ਲੈ ਰਹੇ ਮਹਾਰਾਜ, ਕਹਿੰਦੇ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਇਹਨਾਂ ਨੇ ਪੂਰੀ ਤਰ੍ਹਾਂ ਵਸ ਕੀਤਾ ਹੋਇਆ ਆ, ਔਰ ਕਿਰਪਨ ਕਹਿੰਦੇ ਆ ਕੰਜੂਸ, ਲੋਭ ਦੇ ਵਿੱਚ ਪੂਰਾ ਲੋਭੀ, ਲੋਭ ਦੇ ਨਾਲ ਪਿਆਰ ਆ ਉਹਨੂੰ। ਚਾਰੇ ਕਿਲਵਿਕ ਉਹਨੇ ਅੱਗ ਕੀਏ, ਹੋਆ ਅਸੁਰ ਸੰਘਾਰ। ਕਹਿੰਦੇ ਚਾਰੋਂ ਦੇ ਚਾਰੋਂ ਬੱਜਰ ਪਾਪ ਉਹਨੇ ਕਰ ਲਏ, ਚਾਰੋਂ ਦੇ ਚਾਰੋਂ ਬੱਜਰ ਪਾਪ ਉਹਨੇ ਕਰ ਲਏ। ਜਿਸ ਤਰ੍ਹਾਂ ਪਾਰਿਸਤਰੀ ਗਵਨ ਆ, ਜਿਹੜਾ ਹੋਰ ਜਿਹੜਾ ਹੈਗਾ ਆਪਣੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਕੰਨਿਆ ਦਾ ਵੱਧ ਕਰ ਦੇਣਾ ਜਾਂ ਗਾਂ ਦਾ ਵੱਧ ਕਰ ਦੇਣਾ, ਇਸ ਤਰ੍ਹਾਂ ਦੇ ਜਿਹੜੇ ਹੈਗੇ ਚਾਰ ਇਹਦੇ ਉੱਗੇ ਪਾਪ ਜਿਨ੍ਹਾਂ ਨੂੰ ਕਹਿੰਦੇ ਆ, ਕਹਿੰਦੇ ਇਸ ਚਾਰੋਂ ਦੇ ਚਾਰੋਂ ਉਹਨੇ ਕਰ ਲਏ। ਚਾਰੇ ਕਿਲਵਿਕ ਦੇਖ ਲਓ ਕਿੱਥੋਂ ਹੁਣ ਮਹਾਰਾਜ ਚੱਕ ਰਿਹਾ, ਦੇਖੋ ਆ ਮਤਲਬ ਧਿਆਨ ਦੇਣ ਦੀ ਹੈ ਇਸ ਜਗ੍ਹਾ ਦੇ ਉੱਤੇ ਵੀ ਕਾਮ ਕ੍ਰੋਧ ਮੋਹ ਇਹ ਸਾਰੇ ਉਹਦੇ ਵਿੱਚ ਐਬ ਹੈਗੇ ਆ, ਇਹਨਾਂ ਨੇ ਵਸ ਕੀਤਾ ਹੋਇਆ ਉਹਨੂੰ। ਔਰ ਕਿਰਪਨ ਕੰਜੂਸ ਹੈਗਾ, ਲੋਭ ਦੇ ਵਿੱਚ ਹੈ, ਲੋਭੀ ਹੈਗਾ, ਲੋਭ ਦੇ ਨਾਲ ਪਿਆਰ ਹੈਗਾ, ਮਾਇਆ ਦੇ ਨਾਲ ਪਿਆਰ ਹੈਗਾ ਉਹਦਾ। ਔਰ ਚਾਰੇ ਕਿਲਵਿਕ ਉਹਨੇ ਅੱਗ ਕੀਏ, ਹੋਆ ਅਸੁਰ ਸੰਘਾਰ। ਔਰ ਇੰਨੇ ਪਾਪ ਉਹਨੇ ਕੀਤੇ ਹੋਏ ਆ ਕਿ ਅਸੁਰ ਕਹਿੰਦੇ ਆ ਰਾਖਸ਼ਸ, ਕਹਿੰਦੇ ਰਾਖਸ਼ਸ ਬਿਰਤੀ ਆ ਉਹਦੇ ਅੰਦਰ, ਰਾਖਸ਼ਸ ਬਿਰਤੀ ਹੈ। ਅਸੁਰ ਸੰਘਾਰ, ਸੰਘਾਰ ਕਹਿੰਦੇ ਆ ਬਈ ਦੁਨੀਆ ਜਿਹੜੀ ਹੈਗੀ ਆ, ਦੁਨੀਆ ਕਹਿੰਦੀ ਵੀ ਇਹ ਆਦਮੀ ਨੂੰ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਗੌਰਮੈਂਟ ਜਿਹੜੀ ਹੈ ਕਹਿੰਦੀ ਹੈ ਕਿ ਇਹਨੂੰ ਜਿਹੜੀ ਹੈਗੀ ਮੌਤ ਦੀ ਸਜ਼ਾ ਦੇਣੀ ਬਣਦੀ ਆ, ਫਾਂਸੀ ਤੇ ਲਟਕਾਉਣਾ ਬਣਦਾ ਹੈ। ਚਾਰੇ ਕਿਲਵਿਕ ਉਹਨੇ ਅੱਗ ਕੀਏ, ਹੋਆ ਅਸੁਰ ਸੰਘਾਰ। ਕਹਿੰਦੇ ਇਹੋ ਜਿਹਾ ਬੰਦਾ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ। ਕਹਿੰਦੇ ਕਦੀ ਉਹਨੇ ਕੋਈ ਧਾਰਮਿਕ ਪੋਥੀ, ਕੋਈ ਧਾਰਮਿਕ ਸ਼ਬਦ, ਕੋਈ ਕਵਿਤਾ, ਕੋਈ ਗੀਤ ਕਦੇ ਵੀ ਨਹੀਂ ਸੁਣਿਆ, ਧਿਆਨ ਹੀ ਨਹੀਂ ਦਿੱਤਾ ਧਰਮ ਵੱਲ ਨੂੰ, ਧਾਰਮਿਕ ਕੋਈ ਗੱਲ ਨੂੰ, ਧਾਰਮਿਕ ਕੋਈ ਗਿਆਨ ਨੂੰ ਕਦੀ ਵੀ ਕੰਨ ਨਹੀਂ ਲਾਏ ਉਸ ਪਾਸੇ ਨੂੰ। ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਧਰਿਆ। ਕਹਿੰਦੇ ਚਿੱਤ ਦੇ ਵਿੱਚ ਜੇ ਕਿਤੇ ਉਹਦੇ ਉਹ ਮਾਲਕ ਪਰਮਾਤਮਾ ਆ ਜਾਏ, ਚਿਤ ਆਵੇ ਉਸ ਪਾਰ ਬ੍ਰਹਮ, ਮਾਲਕ ਨੂੰ ਚੇਤੇ ਕਰ ਲੈ ਤਾਂ ਨਿਮਕ ਸਿਮਰਤ ਧਰਿਆ। ਸਮਰਨ ਕਰਨ ਦੇ ਨਾਲ, ਉਹਦਾ ਸਿਮਰਨ ਕਰਨ ਦੇ ਨਾਲ ਨਿਮਕ ਮਾਤਰ ਦੇ ਵਿੱਚ ਉਹ ਤਰ ਜਾਏਗਾ। ਕਹਿੰਦੇ ਜੇ ਮਾਲਕ ਪਰਮਾਤਮਾ ਨੂੰ ਧਿਆਨ ਸਿਮਰਨ ਉਹਦਾ ਕਰ ਲੈ ਤੇ ਆ ਦੇਖ ਲਓ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ, ਔਰ ਮਾਲਕ ਉਹਨੂੰ ਕਹਿੰਦਾ ਉਹ ਵੀ ਤਰ ਜਾਏਗਾ। ਭਾਈ ਇੰਨਾ ਪਾਪੀ, ਇੰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ, ਇਹੋ ਜਿਹੇ ਇੰਨੇ ਐਬ ਹੋਣ ਇਨਸਾਨ ਦੇ ਅੰਦਰ ਤੇ ਤਰ ਜਾਏਗਾ। ਹੁਣ ਅੱਗੇ ਦੇਖੋ ਇਸ ਤੋਂ ਉਲਟਾ, ਹੁਣ ਦੇਖੋ ਕੀ ਕਹਿ ਰਹੇ ਮਹਾਰਾਜ, ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ। ਕਹਿੰਦੇ ਸ਼ਾਸਤਰ ਸਿਮਰਤ ਗਿਆਨ ਜਿਹੜਾ ਹੈਗਾ ਇਹ ਵੇਦ, ਚਾਰੋਂ ਵੇਦ ਮੂੰਹ ਜ਼ਬਾਨੀ ਯਾਦ ਹੋਣ, ਮੂੰਹ ਜ਼ਬਾਨੀ ਪੜ੍ਹਦਾ ਹੋਏ, ਵਿਚਾਰਦਾ ਹੋਏ, ਵਿਚਰੇ, ਪੜ੍ਹਦਾ ਨਹੀਂ ਵਿਚਰੇ, ਵਿਚਾਰਦਾ ਹੋਏ। ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਤਪ ਕਰਦਾ ਹੋਏ, ਤਪੀਆਂ ਦਾ ਵੀ ਈਸ਼ਰ ਹੋਏ, ਜੋਗੀ ਹੋਏ, ਜੋਗ ਕਰਦਾ ਹੋਏ, ਤੀਰਥਾਂ ਤੇ ਗਵਨ ਕਰਦਾ ਹੋਏ, ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ ਨਹੀਂ ਨਾਏ। ਖਟ ਕਰਮ 6 ਜਿਹੜੇ ਆ, 6 ਕਰਮ ਜਿਹੜੇ ਦੁਹਰਾਉਂਦੇ ਆ ਸ਼ਾਸਤਰ, 6 ਕਰਮ ਉਹਨਾਂ ਦੇ ਅਨੁਸਾਰ ਕਹਿੰਦੇ ਆ, ਉਸ ਤੋਂ ਵੀ ਦੁੱਗਣੇ ਕਰਮ ਕਰਦਾ, ਕਰਮ ਕਾਂਡ ਕਰਦਾ ਹੋਏ, ਨਹਾ ਕੇ ਪੂਜਾ ਕਰਦਾ ਹੋਏ। ਰੰਗ ਨਾ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰਕੇ ਜਾਏ।
ਕਹਿੰਦੇ ਕਿਤੇ ਉਹਦਾ ਅੰਦਰ ਜਿਹੜਾ ਹੈਗਾ ਉਹਦੇ ਮਨ ਨੂੰ ਜਿਹੜਾ ਹੈਗਾ ਮਨ ਪਰਮੇਸ਼ਰ ਦੇ ਰੰਗ ਦੇ ਵਿੱਚ ਨਹੀਂ ਰੰਗਿਆ ਗਿਆ, ਇਹ ਰੂਟੀਨ ਹੀ ਕਰਦਾ ਰਹਿ ਗਿਆ ਸਾਰੀ ਉਮਰ, ਮਨ ਦੇ ਵਿੱਚ ਮਾਇਆ ਹੀ ਰਹਿ ਗਈ, ਤੇ ਕਹਿੰਦੇ ਉਹ ਨਰਕ ਜਾਣ ਤੋਂ ਉਹਨੂੰ ਕੋਈ ਉਹ ਰੋਕ ਨਹੀਂ ਸਕਦਾ। ਸਰਪਰ ਮਸਟ ਨਰਕ ਦੇ ਵਿੱਚ ਜਾਊਗਾ, ਉਹ ਜੂਨਾਂ ਦੇ ਵਿੱਚ ਜਾਊਗਾ। ਉਹ ਦੇਖ ਲਓ, ਕਰਮਕਾਂਡ ਲਈ ਕੋਈ ਜਗ੍ਹਾ ਨਹੀਂ ਜੀ, ਕਰਮਕਾਂਡ ਲਈ ਕੋਈ ਜਗ੍ਹਾ ਨਹੀਂ ਹੈ। ਔਰ ਦੂਸਰੀ ਚੀਜ਼ ਜਿਹੜੀ ਹੈਗੀ ਆ, ਦੇਖ ਲਓ ਗਿਆਨ ਦੀ ਗੱਲ ਕਰ ਰਿਹਾ ਮਹਾਰਾਜ, ਸ਼ਾਸਤਰ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਵਿਚਾਰ ਲਏ, ਤਾਂ ਵੀ ਮੇਰੇ ਵਰਗਾ ਜਿਹੜਾ ਹੈਗਾ ਵਿਆਖਿਆਨ ਕਰਨ ਵਾਲਾ ਜਿਹੜਾ ਹੈਗਾ, ਜੇ ਅੰਦਰ ਨਹੀਂ ਹੈਗਾ, ਰੰਗ ਨਹੀਂ ਚੜਿਆ ਪਾਰ ਬ੍ਰਹਮ ਦਾ, ਅੰਦਰੋਂ ਜਿਹੜਾ ਹੈਗਾ ਮਨ ਨਹੀਂ ਰੰਗਿਆ ਗਿਆ, ਤੇ ਸਰ ਪਰ ਨਰਕੇ ਜਾਏ। ਇਸ ਤੋਂ ਅੱਗੇ ਹੋਰ ਦੇਖੋ, ਕਿਉਂਕਿ ਉੱਪਰ ਦੇਖੋ ਕੀ ਕਹਿ ਰਹੇ ਮਹਾਰਾਜ, ਉੱਪਰ ਜਿਹੜਾ ਹੈਗਾ ਛੂਟ ਦੇਖੋ ਕਿਹਨੂੰ ਦਿੱਤੀ ਹੈ ਮਹਾਰਾਜ ਨੇ, ਦੇਖ ਲਓ ਹੱਤਿਆ ਕਰਨ ਵਾਲੇ ਨੂੰ, ਕਾਮੀ ਕ੍ਰੋਧੀ ਲੋਭੀ ਸਾਰੇ ਗਾਇਬ ਹੋਣ ਵਾਲੇ ਨੂੰ, ਉਹਨੂੰ ਵੀ ਛੂਟ ਦੇ ਦਿੱਤੀ ਹੈ। ਕਹਿੰਦੇ ਉਹਨੂੰ ਜੇ ਉਹਦੇ ਅੰਦਰ ਜੇ ਹੈ ਪਰਮੇਸ਼ਰ ਯਾਦ ਆ ਜਾਏ ਤੇ। ਹਾਂ ਜੀ, ਕੋਈ ਕਿਸੇ ਦਾ ਜਿਹੜਾ ਮਾਈਕ ਖੁੱਲ ਜਾਂਦਾ ਹੈ ਜੀ ਬਾਰ-ਬਾਰ, ਪਤਾ ਨਹੀਂ। ਇਹ ਬਹੁਤ ਚੌਕਸ ਰਹਿਣਾ ਪਊਗਾ ਆਪਾਂ ਨੂੰ, ਕਿਉਂਕਿ ਸਾਰਿਆਂ ਦੇ ਮਾਈਕ ਜਿਹੜੇ ਇੱਕੋ ਜਗ੍ਹਾ ਤੇ ਕਨੈਕਟਡ ਹੈਗੇ ਆ, ਯਾਦ ਰੱਖੋ ਜੀ ਪਲੀਜ਼। ਆਪਾਂ 6ਵੇਂ ਬੰਦ ਦੇ ਉੱਤੇ ਹੈਗੇ ਆ। ਰਾਜ ਮਿਲਕ ਸਿੱਖਦਾਰੀਆਂ ਰਸ ਭੋਗਣ ਵਿਸਥਾਰ। ਹੁਣ ਦੇਖ ਲਓ ਜਿਹੜੇ ਰਾਜੇ ਹੈਗੇ, ਮਲਕੀਅਤ ਹੈਗੀ ਜਿਨ੍ਹਾਂ ਦੀ, ਸਰਦਾਰ ਹੈਗੇ, ਸਰਦਾਰੀਆਂ ਹੈਗੀਆਂ ਜਿਨ੍ਹਾਂ ਦੇ ਕੋਲ, ਜਿਹੜੇ ਦੁਨੀਆ ਦੇ ਸਾਰੇ ਪੈਸਾ ਹੈਗਾ, ਸਾਰੇ ਰਸ ਭੋਗ ਰਹੇ ਆ ਵਿਸਥਾਰ ਦੇ ਨਾਲ। ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ, ਔਰ ਇੰਨੇ ਸੋਹਣੇ ਸੋਹਣੇ ਬਗੀਚੇ ਹੈਗੇ, ਤੇ ਉਹਨਾਂ ਦਾ ਹੁਕਮ ਜਿਹੜਾ ਹੈਗਾ ਪੂਰਾ ਆਕੜ ਕੇ ਜਿਹੜਾ ਹੈਗਾ ਆਪਣਾ ਹੁਕਮ ਚਲਾਉਂਦੇ, ਆਫਰੇ ਹੋਏ ਆ ਪੂਰੇ ਮੂੰਹ ਦੇ ਨਾਲ, ਜੋ ਕਹਤਾ ਉਹ ਹੁੰਦਾ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਇੰਨੇ ਰੰਗ ਤਮਾਸ਼ੇ ਬਹੁਤ ਅਨੇਕਾਂ ਪ੍ਰਕਾਰ ਦੇ ਚਾਅ ਦੇ ਨਾਲ ਪੂਰੇ ਉਸੇ ਪਾਸੇ ਸੁਰਤ ਜੋੜੀ ਹੋਈ ਹੈ। ਜਿਤਨਾ ਆਇਓ ਭਾਰ ਬ੍ਰਹਮ ਤਾਂ ਸਰਬ ਕੀ ਜੂਨ ਨੇ ਗਿਆ। ਕਹਿੰਦੇ ਪਰਮੇਸ਼ਰ ਚਿੱਤ ਨਹੀਂ ਆਇਆ ਤੇ ਸੱਪ ਦੀ ਜੂਨ ਚ ਚਲਾ ਗਿਆ ਭਾਈ। ਆਹ ਦੇਖ ਲਓ ਭਾਈ, ਦੁਨੀਆ ਦੇ ਖਾਲੀ ਜਿਹੜੇ ਹੈਗੇ ਰਸ ਪਦਾਰਥ ਭੋਗਣ ਦੇ ਬਾਅਦ ਆ ਸਾਰਾ ਧਨ ਦੌਲਤ ਰੰਗ ਤਮਾਸ਼ੇ, ਇਹਨਾਂ ਦਾ ਰਿਜ਼ਲਟ ਕੀ ਆ ਰਿਹਾ ਹੈ। ਜੇ ਪਰਮੇਸ਼ਰ ਨਹੀਂ ਚਿੱਤ ਦੇ ਵਿੱਚ ਹੈ ਤੇ ਆਖਰੀ ਆਪਣਾ ਡੈਸਟੀਨੇਸ਼ਨ ਆਪਾਂ ਸਮਝ ਲਈਏ ਵੀ ਸੱਪ ਦੀ ਜੂਨ ਚ ਜਾਵਾਂਗੇ। ਜੂਨ ਵੀ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਹੈ ਮਹਾਰਾਜ ਨੇ। ਇੱਕ ਵਾਰੀ ਫੇਰ ਲੈ ਲਈਏ ਇਸ ਨੂੰ। ਰਾਜ ਮਿਲਕ ਸਿੱਖਦਾਰੀਆਂ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ, ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਜਿੱਤੇ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ। ਅੱਗੇ ਹੋਰ ਦੇਖ ਲਓ, ਬਹੁਤ ਧਨਾੜ ਆਚਾਰਵੰਤ ਸੋਭਾ ਨਿਰਮਲ ਰੀਤ। ਕਹਿੰਦੇ ਬੜਾ ਧਨੀ ਹੈਗਾ ਇਨਸਾਨ, ਬੜਾ ਆਚਾਰ ਹੈ, ਬੜਾ ਦਾਨ ਪੁੰਨ ਕਰਨ ਵਾਲਾ ਹੈਗਾ, ਬੜੀ ਸੋਭਾ ਹੋ ਰਹੀ ਹੈ, ਨਿਰਮਲ ਹੈਗਾ, ਰੀਤ ਨਿਰਮਲ ਰੀਤ ਹੈ, ਚੰਗੇ ਉਹਦੀਆਂ ਬਾਹਰੋਂ ਜਿਹੜੇ ਹੈਗੇ ਉਹ ਜਿਹੜੇ ਹੈਗੇ ਚੰਗੀਆਂ ਰੀਤਾਂ, ਚੰਗੇ ਉਹਦੇ ਅੰਦਰ ਜਿਹੜੇ ਹੈਗੇ ਦੁਨੀਆ ਨੂੰ ਵਧੀਆ ਕਹਿੰਦੇ, ਬੜਾ ਜਿਹੜਾ ਹੈਗਾ ਇਹ ਪੁੰਨ ਕਰਨ ਵਾਲਾ ਬੰਦਾ ਹੈਗਾ, ਸੋਹਣੇ ਕਰਮ ਕਰਨ ਵਾਲਾ ਬੰਦਾ ਹੈਗਾ। ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ, ਮਾਂ ਪਿਓ ਦੇ ਨਾਲ, ਬੱਚਿਆਂ ਦੇ ਨਾਲ, ਭਰਾਵਾਂ ਦੇ ਨਾਲ, ਸੱਜਣਾ ਦੇ ਨਾਲ ਪੂਰਾ ਪਿਆਰ ਕਰਨ ਵਾਲਾ ਹੈਗਾ। ਲਸ਼ਕਰ ਤਰਕਸ ਬੰਦ ਜਿਉ ਸਗਲੀ ਕੀਤ। ਕਹਿੰਦੇ ਇੰਨੀ ਫੌਜ ਆ ਉਹਦੇ ਕੋਲ, ਇੰਨੇ ਜਿਹੜੇ ਹੈਗੇ ਫੌਜ ਵੀ ਐਸੀ ਹੈ, ਸ਼ਸਤਰ ਵਾਲੀ ਫੌਜ ਹੈ, AK-47 ਵਾਲੀ ਫੌਜ ਹੈਗੀ ਆ। ਲਸ਼ਕਰ ਤਰਕਸ ਬੰਦ ਪੂਰੇ ਜਿਹੜੇ ਹੈਗੇ, ਪੂਰੇ ਉਹਦੇ ਹਥਿਆਰ ਜਿਹੜੇ ਹੈਗੇ ਪੂਰੇ ਦੇ ਪੂਰੇ ਉਹਦੇ ਫੌਜੀਆਂ ਦੇ ਕੋਲ ਵਧੀਆ ਹੈਗੇ। ਜਿਉ ਸਗਲੀ ਕੀਤ, ਉਹ ਸਾਰੇ ਉਹਨੂੰ ਜਿਉ ਕਹਿ ਰਹੇ ਆ, ਉਸ ਧਨਾੜ ਨੂੰ, ਆਚਾਰਵੰਤ ਨੂੰ। ਜਿਤਨਾ ਆਇਓ ਪਾਰ ਬ੍ਰਹਮ
ਤਾਂ ਖੜੇ ਰਸਾਤਲ ਦੀਤ। ਕਹਿੰਦੇ ਪਰਮੇਸ਼ਰ ਚਿੱਤ ਨਹੀਂ ਆਇਆ, ਭਗਤੀ ਨਹੀਂ ਕੀਤੀ, ਤੇ ਉਸ ਦਾ ਡੈਸਟੀਨੇਸ਼ਨ ਜਿਹੜਾ ਹੈਗਾ ਰਸਾਤਲ ਦੇ ਵਿੱਚ ਹੈਗਾ, ਸਭ ਤੋਂ ਥੱਲੇ ਹੈਗਾ ਰਸਾਤਲ, ਨਰਕ। ਫੜ ਕੇ ਕਹਿੰਦੇ ਆ ਰਸਾਤਲ ਦੇ ਉਹਨਾਂ ਜੂਨਾਂ ਦੇ ਵਿੱਚ ਪਾ ਦਿੱਤਾ। ਹੋਰ ਅੱਗੇ ਲਓ, ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਕਹਿੰਦੇ ਇੰਨਾ ਨਿਰੋਗ ਹੈ ਸਰੀਰ, ਕਾਇਆ ਨੂੰ, ਸਰੀਰ ਨੂੰ ਕੋਈ ਰੋਗ ਨਹੀਂ ਹੈ, ਕੋਈ ਛਿਦਰ ਨਹੀਂ ਹੈਗਾ ਉਹਦੇ ਅੰਦਰ। ਕਿਛ ਨਾ ਕਿਛ, ਕੋਈ ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਕੋਈ ਉਹਦੇ ਅੰਦਰ ਜਿਹੜਾ ਹੈਗਾ ਨੁਕਸ ਨਹੀਂ ਹੈਗਾ, ਕੋਈ ਉਹਦੇ ਅੰਦਰ ਜਿਹੜਾ ਹੈਗਾ, ਉਹਦੇ ਅੰਦਰ ਕੋਈ ਜਿਹੜਾ ਹੈਗਾ ਉਹ ਜਿਹੜਾ ਹੈਗਾ, ਕੋਈ ਉਹਦੇ ਅੰਦਰ ਝੋਰਾ ਨਹੀਂ ਹੈਗਾ, ਕੋਈ ਉਹਦੇ ਅੰਦਰ ਸੋਗ ਨਹੀਂ ਹੈਗਾ, ਉਦਾਸੀ ਨਹੀਂ ਹੈਗੀ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਮਿਰਤ ਨਾ ਆਵੀ ਚਿੱਤ ਤਿਸ, ਅਹਨਿਸ ਭੋਗਿਆ ਭੋਗ। ਔਰ ਮੌਤ ਜਿਹੜੀ ਹੈਗੀ ਇੱਕ ਜਰਾ ਵੀ ਉਹਦੇ ਚਿੱਤ 'ਚ ਨਹੀਂ ਆਉਂਦੀ, ਰਾਤ ਦਿਨ ਦੁਨੀਆ ਦੇ ਪਦਾਰਥਾਂ ਨੂੰ ਭੋਗ ਰਿਹਾ ਆ। ਸਭ ਕਿਛ ਕੀਤੋ ਨਾ ਆਪਣਾ, ਜੀ ਨਾ ਸੰਕ ਧਰਿਆ। ਔਰ ਸਾਰਾ ਕੁਛ ਜਿਹੜਾ ਹੈਗਾ ਉਸਨੇ ਆਪਣਾ ਬਣਾਇਆ ਹੋਇਆ ਹੈ, ਸਾਰਾ ਕੁਛ ਆਪਣਾ ਕੀਤਾ ਹੋਇਆ ਹੈ। ਉਹਦੇ ਵਿੱਚ ਜਰਾ ਵੀ ਸ਼ੰਕਾ ਨਹੀਂ ਹੈਗੀ ਆ, ਉਹਦੇ ਜਰਾ ਵੀ ਨਹੀਂ ਵੀ ਆ ਮੇਰਾ ਨਹੀਂ ਹੈਗਾ, ਸਾਰਾ ਕੁਛ ਉਹਦਾ ਹੈਗਾ। ਫਿਰ ਐਸਾ ਇਨਸਾਨ ਚਿੱਤ ਨਾ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਭਰਿਆ। ਕਹਿੰਦੇ ਜੇ ਉਹਨੇ ਭਗਤੀ ਨਹੀਂ ਕੀਤੀ ਭਾਈ, ਤੇ ਜਮ ਕੰਕੜਾਂ ਨੇ ਫੜ ਲੈਣਾ ਆ, ਉਹ ਜੂਨਾਂ ਦੇ ਵਿੱਚ ਭੇਜ ਦੇਣਾ ਧਰਮਰਾਜ ਨੇ। ਦੇਖ ਲਓ ਭਾਈ, ਜੇ ਆਪਾਂ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ, ਜੇ ਮਾੜੇ ਕੰਮ ਨਹੀਂ ਕਰਦੇ, ਜੇ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਆਪਾਂ ਭਗਤੀ ਨਹੀਂ ਕਰਦੇ, ਤੇ ਆਪਣਾ ਜਿਹੜਾ ਹੈਗਾ ਅਗਲਾ ਮਨੁੱਖੀ ਜੂਨ ਨਹੀਂ ਮਿਲ ਸਕਦੀ ਆਪਾਂ ਨੂੰ। ਆਹੀ ਉਹਨਾਂ ਨੇ ਪੁੱਛਣਾ ਹੈ, ਉਹਨਾਂ ਨੇ ਭਾਈ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਔਰ ਤਿਲ ਜਿਨਾ ਵੀ ਨਹੀਂ ਮੰਨਦੇ ਭਾਈ, ਜਮ ਕੰਕੜ ਉਹਨਾਂ ਦੇ ਵਸ 'ਚ ਹੀ ਪੈਂਦਾ ਇਨਸਾਨ। ਆਖਰੀ ਬੰਦ। ਹਾਂਜੀ, ਕਹਿਣ ਦਾ ਭਾਜੀ ਮਤਲਬ ਕਿ ਬੰਦੇ ਦਾ ਮੋਟਿਵ ਤਾਂ ਇਹੀ ਆ ਕਿ ਇਸ ਦੁਨੀਆ ਤੇ ਜੇ ਆਇਆ, ਮਤਲਬ 84ਵੀਂ ਪੌੜੀ ਬਾਅਦ ਤੈਨੂੰ ਚਾਂਸ ਮਿਲਿਆ ਤਾਂ ਇੱਕੋ ਹੀ ਕੰਮ ਕਰਨ ਨੂੰ ਮਿਲਿਆ, ਬਸ ਉੱਪਰ ਜਾਣਾ ਆ, ਨਹੀਂ ਤਾਂ ਥੱਲੇ 84 ਲੱਖ ਜੂਨਾਂ ਦੇ ਵਿੱਚ ਜਾਣਾ ਪਊਗਾ। ਬਸ ਉੱਥੇ ਰਹਿ ਸਟਾਰਟ ਪਹਿਲੀ ਤੋਂ ਹੋ ਸਕਦਾ ਨਾ, ਪਹਿਲੀ ਤੋਂ ਨਹੀਂ, ਆਪਾਂ ਨਹੀਂ ਕਹਿ ਸਕਦੇ, ਮਾਲਕ ਜਾਣਦਾ ਹੈ ਭਾਈ ਉਹਦੀ ਖੇਡ ਨੂੰ। ਬਸ ਆਪਾਂ ਤਾਂ ਖੈਰ ਜੂਨਾਂ ਦੇ ਵਿੱਚ ਜਾਊਗਾ, ਫਿਰ ਬਸ ਉਹ ਰਿਟੇਨ ਨਹੀਂ ਕਰ ਪਾਏਗਾ ਮਨੁੱਖ ਜੂਨ ਨੂੰ। ਜੇ ਭਗਤੀ ਕੀਤੀ ਹੈ ਪਿਛਲੇ ਜਨਮ ਦੇ ਵਿੱਚ, ਤਾਂ ਜਿਹੜੀ ਆ ਮਨੁੱਖ ਜੂਨ ਨਹੀਂ ਪੂਰੀ ਹੋਈ, ਤੇ ਮਨੁੱਖ ਜੂਨ ਜਿਹੜੀ ਹੈਗੀ ਕੋਈ ਖੋ ਨਹੀਂ ਸਕਦਾ ਉਹਦੇ ਕੋਲ। ਹਾਂ ਵੀ ਹੈਗਾ ਭਾਈ, ਜੇ ਥੋੜੀ ਵੀ ਸ਼ਿਫਟ ਹੋ ਗਿਆ ਇਨਸਾਨ, ਤੇ ਮਨੁੱਖ ਜੂਨ ਨਹੀਂ ਜਾਏਗੀ, ਭਾਵੇਂ ਕਿਹੋ ਜਿਹਾ ਮਰਜੀ ਕਾਮੀ ਕਰੋਧੀ, ਕਿਹੋ ਜਿਹਾ ਮਰਜੀ ਹੋਏ ਇਨਸਾਨ। ਜੇ ਮਾਲਕ ਵੱਲ ਨੂੰ ਸ਼ਿਫਟ ਹੋ ਗਿਆ ਆ ਸਰੀਰ ਦੇ ਵਿੱਚ, ਤੇ ਉਹ ਜਿਹੜਾ ਹੈਗਾ ਖੇਡ ਜਿਹੜੀ ਹੈਗੀ ਉਹਨੂੰ ਅੱਗੇ ਚਾਂਸ ਮਿਲੇਗਾ। ਬਸ ਆਹੀ ਚੀਜ਼ ਮਾਲਕ ਦਾ, ਇਹੀ ਛੂਟ ਹੈਗੀ ਮਾਲਕ ਪਰਮਾਤਮਾ ਦੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜੇ ਤੇ ਕਿਰਪਾ ਹੋ ਜਾਂਦੀ ਆ, ਦੇਖ ਲਓ ਕਿਰਪਾ ਦੀ ਨਿਸ਼ਾਨੀ ਕੀ ਆ ਬਈ, ਬ੍ਰਹਮ ਗਿਆਨ ਮਿਲ ਜਾਏਗਾ ਉਹਨੂੰ, ਸਾਧੂ ਦੀ ਸੰਗਤ ਮਿਲ ਜਾਏਗੀ। ਸਾਧੂ ਸੰਗ ਕੀ ਹੈਗਾ? ਬ੍ਰਹਮ ਗਿਆਨ। ਕਿਰਪਾ ਕਰੇ ਗੁਰੂ ਦੀ ਸੰਗਤ, ਗੁਰੂ ਦੀ ਮੱਤ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਦੇਖੋ ਕਿਰਪਾ ਕਿਹਨੇ ਕਰਨੀ ਆ? ਜਿਸ ਪਾਰ ਬ੍ਰਹਮ, ਕਲੀਅਰ ਲਿਖਿਆ ਹੋਇਆ ਭਾਈ, ਹੋਵੇ ਸਾਧੂ ਸੰਗ, ਤਾਂ ਸਾਧੂ ਸੰਗ ਹੋਊਗਾ, ਨਹੀਂ ਤਾਂ ਨਹੀਂ ਹੋਏਗਾ। ਕਿਰਪਾ ਕਰੇ ਜਿਸ, ਔਰ ਪਾਰ ਬ੍ਰਹਮ ਨੇ ਕਿਰਪਾ ਐਵੇਂ ਥੋੜੀ ਨਾ ਕਰ ਦੇਣੀ ਹੈ, ਇਹਦੇ ਤੇ ਕਰਨੀ ਹੈ, ਇਹਦੇ ਤੇ ਨਹੀਂ ਕਰਨੀ। ਉਹਦਾ ਕ੍ਰਾਈਟੇਰੀਆ ਹੈਗਾ, ਉਹਦੇ ਅੰਦਰ, ਬੱਚੇ ਦੇ ਅੰਦਰ ਪੁਕਾਰ ਹੋਣੀ ਚਾਹੀਦੀ ਹੈ। ਸਰੰਗਲ ਸਾਹਿਬ, ਤੁਹਾਡੇ ਸਵਾਲ ਦਾ ਮੈਂ ਸੋਚਦਾ ਕਿ ਹੁਣ ਤੱਕ ਜਵਾਬ ਆ ਗਿਆ ਹੋਣਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹਾਂਜੀ ਵੀਰ ਜੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਏ, ਤਿਉਂ ਤਿਉਂ ਹਰਸਿਓ ਰੰਗ। ਕਹਿੰਦੇ ਜੇ ਜਿੰਨਾ ਆਪਾਂ ਉਹਨੂੰ ਵਧਾਵਾਂਗੇ, ਸਾਧੂ ਦੀ ਸੰਗਤ ਨੂੰ ਜਿੰਨਾ ਆਪਣੇ ਉੱਤੇ ਹੈ, ਜਿੰਨਾ ਵਧਾਵਾਂਗੇ ਆਪਾਂ ਨੇ ਵਧਾਉਣਾ ਹੈ ਗੁਰੂ ਦੀ ਸੰਗਤ ਨੂੰ। ਆਪਾਂ ਨੇ ਗੁਰੂ ਦੀ ਮੱਤ ਜਿਹੜੀ ਹੈਗੀ ਆ, ਇਹਦੇ ਤੇ ਟਾਈਮ ਦੇਣਾ ਹੈ, ਇਹਦੇ ਨਾਲ ਪਿਆਰ ਪਾਉਣਾ ਹੈ। ਇਹਦੇ ਨਾਲ ਪਿਆਰ ਪਾਵਾਂਗੇ ਗੁਰੂ ਦੇ ਨਾਲ, ਤੇ ਗੁਰੂ ਇੰਟਰਨ ਪਰਮਾਤਮਾ ਦੇ ਨਾਲ ਪਿਆਰ ਪਾ ਦੇਗਾ ਆਪਣਾ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ।
ज्यों ज्यों ओ ਵਧਾਈ ਹੈ त्यों त्यों हर्ष्यों रंग दोहां सिरियां का खसम दोहां सिरियां का खसम आप अवर ना दूजा थाओ। ਕਹਿੰਦੇ ਨੈਗੇਟਿਵਿਟੀ ਪੋਜ਼ਿਟਿਵਿਟੀ ਦੋਨਾਂ ਦਾ ਮਾਲਕ ਪਰਮਾਤਮਾ ਹੈਗਾ, ਉਹਨੂੰ ਦੋਨੋਂ ਚੰਗੇ ਲੱਗਦੇ ਆ, ਉਹਦੇ ਵਾਸਤੇ ਇੱਕ ਹੈਗੇ ਦੋਨੋਂ। ਉਹਨੇ ਤਾਂ ਪ੍ਰੋਵੀਜ਼ਨ ਕੀਤਾ ਹੋਇਆ ਆ ਕਿੱਥੇ ਤੱਕ ਆਦਮੀ ਜਾ ਸਕਦਾ ਹੈ, ਉਹਨੇ ਐਂਡ ਲਿਮਿਟ ਰੱਖੀ ਹੋਈ ਆ ਵੀ ਕਿੱਥੇ ਤੱਕ ਜਾ ਸਕਦਾ ਇਨਸਾਨ। ਹਾਂ ਜੀ, ਕਿਸੇ ਦਾ ਮਾਈਕ ਫਿਰ ਖੁੱਲ ਗਿਆ ਜੀ, ਇਹ ਪਤਾ ਨਹੀਂ ਕਿਹੜੇ ਹੈਗੇ ਜੀ, ਦੇਖੀਏ। ਇਹ ਜੀ ਸਰਬਜੀਤ ਕੌਰ ਜੀ ਫਿਰ ਮਾਈਕ ਖੋਲਤਾ ਜੀ ਬੱਚਿਆਂ ਨੇ ਤੁਹਾਡੇ। ਮੇਰੇ ਕੋਲ ਆਪਸ਼ਨ ਨਹੀਂ ਹੈ ਨਾ, ਮੇਰੇ ਕੋਲ, ਮੈਂ ਤਾਂ ਇਹਨਾਂ ਨੂੰ ਜਾਂ ਤਾਂ ਫਿਰ ਇਹਨਾਂ ਨੂੰ ਉਹ ਕਰ ਸਕਦਾ, ਮੈਂ ਇਹਨਾਂ ਨੂੰ ਕੱਢ ਸਕਦਾ, ਮੇਰੇ ਕੋਲ ਆਪਸ਼ਨ ਨਹੀਂ ਹੈ। ਮੈਂ ਮਾਈਕ ਬੰਦ ਕਰਦਾ, 2-3 ਵਾਰੀ ਮੈਂ ਕਰ ਲਈ, ਟਰਾਈ ਕਰ ਲਈ, ਬੰਦ ਨਹੀਂ ਹੁੰਦਾ ਇਹਨਾਂ ਦਾ। दोहां सिरियां का खसम आप अवर ना दूजा थाओ दोहां सिरियां का खसम आप अवर। हो जी ਸਰਬਜੀਤ ਕੌਰ ਜੀ, ਅੱਜ ਤੁਸੀਂ ਬਹੁਤ ਤੰਗ ਕੀਤਾ ਜੀ, ਮੈਂ ਬਾਹਰ ਹੀ ਕਰ ਦੇਣਾ ਜੀ ਹੁਣ। दोहां सिरियां का खसम आप अवर ना दूजा थाओ सतगुर तुठे पाया नानक सच्चा नाओ। ਕਹਿੰਦੇ ਦੋਨੋਂ ਪਾਸੇ ਦਾ ਇਹ ਨੈਗੇਟਿਵਿਟੀ ਪੋਜ਼ਿਟਿਵਿਟੀ, ਇਹ ਦੋਨਾਂ ਦਾ ਜਿਹੜਾ ਦੋਨੇ ਪਾਸੇ ਦਾ ਜਿਹੜਾ ਹੈਗਾ ਉਹ ਖਸਮ ਮਾਲਕ ਪਰਮਾਤਮਾ ਆਪ ਹੈਗਾ। ਦੋਨੋਂ ਉਹਨੂੰ ਉਹਦੇ ਵਾਸਤੇ ਦੋਨੋਂ ਜਿਹੜੇ ਇੱਕ ਬਰੋਬਰ ਹੈਗੇ, ਕਿਉਂਕਿ ਇੱਕ ਦੇ ਨਾਲ ਖੇਡ ਨਹੀਂ ਚੱਲੇਗੀ, ਰਾਤ ਹੋਊਗੀ ਦਿਨ ਚਾਹੀਦਾ ਹੀ ਚਾਹੀਦਾ ਹੈ। ਦੋਨੋਂ ਜਿਹੜੇ ਹੈਗੇ ਰੋਗ ਹੈ ਨਿਰੋਗ, ਇਹ ਖੇਡ ਸਾਰੀ ਦੀ ਸਾਰੀ ਜਿਹੜੀ ਹੈਗੇ ਆ ਖੁਸ਼ੀ ਗਮੀ, ਇਹ ਸਾਰੀ ਡੁਐਲਿਟੀ ਦੇ ਵਿੱਚ ਗੇਮ ਚੱਲ ਰਹੀ ਹੈ ਭਾਈ। ਦੋਹਾਂ ਸਿਰਿਆਂ ਕਾ ਖਸਮ ਆਪ, ਇਹ ਤਾਂ ਜੀ ਦੇਖੋ ਮੈਂ ਫਿਰ ਖੋਲ ਲੈਨੇ, ਕਿਸ ਤਰ੍ਹਾਂ ਖੋਲ ਲੈਨੇ, ਤੁਹਾਡਾ ਮਾਈਕ ਕਿਵੇਂ ਖੁੱਲ ਜਾਂਦਾ ਹੈ ਜੀ ਬਾਰ-ਬਾਰ। ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਉ ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ। ਕਹਿੰਦੇ ਭਾਈ ਜੇ ਖੇਡ ਚੋਂ ਨਿਕਲਣਾ ਆ ਤੇ ਗੁਰੂ ਟੁੱਟ ਜਾਂਦਾ ਹੈ, ਗੁਰੂ ਦੇ ਤੁੱਠੇ ਦੇ ਨਾਲ ਗੁਰੂ ਕੋਲੋਂ ਨਾਮ ਪ੍ਰਾਪਤ ਹੁੰਦਾ ਹੈ, ਔਰ ਨਾਮ ਦੇ ਨਾਲ ਜਿਹੜਾ ਹੈਗਾ ਆਪਾਂ ਇਸ ਸੰਸਾਰ ਸਮੁੰਦਰ ਤੋਂ ਬਾਹਰ, ਇਸ ਗੇਮ ਤੋਂ ਬਾਹਰ ਹੋ ਸਕਦੇ ਹਾਂ, ਮੁਕਤ ਹੋ ਸਕਦੇ ਹਾਂ, ਔਰ ਗੁਰੂ ਮਿਲਦਾ ਹੈ। ਮਾਲਕ ਪਰਮਾਤਮਾ ਨੇ, ਗੁਰੂ ਨੂੰ ਮਾਲਕ ਪਰਮਾਤਮਾ ਨੇ ਮਿਲਾਉਣਾ ਆ, ਕਿਰਪਾ ਕਰਨੀ ਹੈ ਮਾਲਕ ਨੇ, ਕਿਰਪਾ ਉਸ ਤੇ ਕਰਨੀ ਆ ਜਿਹੜਾ ਹੈਗਾ ਕਿਰਪਾ ਮੰਗਦਾ ਹੈ, ਜਿਹੜਾ ਇਸ ਖੇਡ ਨੂੰ ਕਰਨਾ ਚਾਹੁੰਦਾ ਹੈ, ਜਿਹੜਾ ਹੈਗਾ ਭਗਤੀ ਕਰਨਾ ਚਾਹੁੰਦਾ ਹੈ, ਜਿਹਨੂੰ ਮਾਇਆ ਦੇ ਵਿੱਚ ਜਿਹੜੇ ਹੈਗੇ ਦੁਨੀਆ ਦੇ ਵਿੱਚ ਪਦਾਰਥਾਂ ਦੇ ਵਿੱਚ ਜਿਹਨੂੰ ਨਹੀਂ ਰਸ ਆ ਰਿਹਾ, ਜਿਹਨੂੰ ਪਤਾ ਲੱਗ ਗਿਆ ਬਈ ਇਹ ਪਦਾਰਥ ਤੇ ਦੁਨੀਆ ਦੇ ਰਸਕਸ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਜਿਹੜੀ ਹੈਗੀ ਤੱਥ ਨਹੀਂ ਹੈਗਾ, ਇਹਨਾਂ ਦੇ ਨਾਲ ਰੱਜ ਨਹੀਂ ਹੈਗਾ, ਇਹਨਾਂ ਦੇ ਨਾਲ ਪਿਆਸ ਵਧਣੀ ਹੈ, ਰੋਗ ਲੱਗਣੇ ਆ, ਔਰ ਇਹ ਇਸੇ ਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਇਹ ਸਰੀਰ ਜਿਹੜਾ ਹੈਗਾ ਮਨੁੱਖ ਜੂਨ ਜਿਹੜੀ ਹੈਗੀ ਖੁੱਸ ਜਾਣੀ ਹੈ। ਬਸ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਉਹ ਸ਼ਿਫਟ ਹੋ ਜਾਂਦੇ ਆ। ਅੱਜ ਇੰਨਾ ਹੀ ਜੀ, ਮਾਲਕ ਮਿਹਰ ਕਰੇ ਇਹ ਬਾਣੀ ਜਿਹੜੀ ਹੈਗੀ ਆਪਣੇ ਅੰਦਰ ਜਿਹੜੀ ਹੈਗੀ ਇਹ ਵਿਚਾਰ ਵਸੇ, ਔਰ ਆਪਾਂ ਜਿਹੜੇ ਹੈਗੇ ਇਹਦੇ ਅਨੁਸਾਰ ਜਿਹੜੇ ਹੈਗੇ ਚੱਲ ਕੇ ਔਰ ਅਗਲੇ ਡੰਡੇ ਤੇ ਆਪਾਂ ਜਿਹੜੇ ਹੈਗੇ ਸੀ ਉੱਪਰ ਵੱਲ ਨੂੰ ਗਤੀ ਕਰ ਸਕੀਏ, ਇਹੀ ਉਪਰਾਲਾ ਹੈਗਾ ਜੀ। ਤੇ ਹੋਰ ਜਿਹੜੇ ਹੈਗੇ ਇਹ ਵਿਚਾਰ ਕਰਦੇ ਹੋਏ ਜਿਹੜਾ ਹੈਗਾ ਕੋਈ ਜੇ ਆਪਣਾ ਨਹੀਂ ਖੋਲੋ ਜੀ ਹਾਲੇ, ਦੇਖੋ ਤੁਸੀਂ ਦਰਵਾਜ਼ਾ ਆਪਣਾ ਜਦ ਤੱਕ ਚੱਲ ਰਹੀ ਹੈ ਨਾ ਖੋਲੋ ਬਈ, ਤੇ ਫਿਰ ਤਾਂ ਵਿਚਾਰ ਬੰਦ ਹੋ ਜਾਂਦੀ ਹੈ ਨਾ। ਤੇ ਮੈਂ ਤਾਂ ਹੁਣ ਪਤਾ ਨਹੀਂ ਕੀ ਕਹਿ ਰਿਹਾ ਸੀਗਾ ਜੀ, ਚਲੋ ਹਾਂ ਮੈਂ ਤਾਂ ਲਿੰਕ ਹੀ ਚਲੇ ਜਾਂਦਾ। ਆਪਾਂ ਜਿਹੜੇ ਹੈਗੇ ਆ ਕੋਸ਼ਿਸ਼ ਕਰੀਏ ਜਿਹੜੀ ਹੈਗੀ ਆ ਇਸ ਬਾਣੀ ਨੂੰ ਜਿਹੜਾ ਹੈਗਾ ਸਮਾਂ ਦੇਈਏ, ਔਰ ਇਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਧਿਆਨ ਸਿਮਰਨ ਕਰਕੇ ਔਰ ਆਪਾਂ ਇਸ ਖੇਡ ਨੂੰ ਜਿੱਤ ਸਕੀਏ। ਇਹੀ ਬੇਨਤੀ ਹੈ, ਇਹੀ ਜਿਹੜੀ ਹੈਗੀ ਆ ਪ੍ਰਯੋਜਨ ਹੈਗਾ ਜੀ। ਬਾਕੀ
ਭੁੱਲਾਂ ਚੁੱਕਾਂ ਦੀ ਖਿਮਾ ਜੀ। ਕੋਈ ਗੁੱਸੇ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਜਿਹੜਾ ਹੈਗਾ ਕੋਈ ਬੋਲ ਦਿੱਤੇ ਗਏ ਹੋਣ ਤੇ ਸੰਗਤ ਜਿਹੜੀ ਹੈਗੀ ਗੁਰੂ ਰੂਪਿਆ ਮਾਫ ਕਰ ਮਾਫੀ ਦਾ ਜਾਚਕ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।